ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਵੇਂ ਪ੍ਰੋਗਰਾਮਸ ਦੇ ਬਾਰੇ ਵਿੱਚ। ਸੋ ਇਸ ਵਕਤ ਕੈਨੇਡਾ ਵਿੱਚ ਕੱਚੇ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਦੇ ਉੱਤੇ ਕੈਨੇਡਾ ਦੀ ਸਰਕਾਰ ਕਾਫੀ ਜ਼ਿਆਦਾ ਮਿਹਰਬਾਨ ਹੋਈ ਹੈ। ਨਵੇਂ ਇਸ ਵਕਤ ਪ੍ਰੋਗਰਾਮਸ ਐਲਾਨੇ ਜਾ ਰਹੇ ਨੇ। 4 ਲੱਖ ਇਮੀਗ੍ਰੇਸ਼ਨ ਦਾ ਟੀਚਾ ਹੈ ਜਿਹਨੂੰ ਪੂਰਾ ਵੀ ਕਰਨਾ ਹੈ। ਜਿਹੇ ਵਿੱਚ ਜਿਹੜੇ ਕੈਨੇਡਾ ਤੋਂ ਬਾਹਰ ਇਸ ਵਕਤ ਸਟੂਡੈਂਟਸ ਅੰਤਰਰਾਸ਼ਟਰੀ ਵਿਦਿਆਰਥੀ ਫਸੇ ਹੋਏ ਨੇ ਜਾਂ ਜਿਹੜੇ ਫੈਡਰਲ ਐਕਸਪ੍ਰੈਸ ਐਂਟਰੀ ਦੀ ਵੇਟ ਕਰ ਰਹੇ ਨੇ ਕਦੋਂ ਉਹਨਾਂ ਦੇ ਇਸ ਵਕਤ ਡਰਾਸ ਨਿਕਲਣਗੇ। ਉਹਨਾਂ ਦੀਆਂ ਭਾਵੇਂ ਉਮੀਦਾਂ ਦੇ ਉੱਤੇ ਇਸ ਵਕਤ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ, ਪਰ ਜਿਹੜੇ ਕੈਨੇਡਾ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਸਰਕਾਰ ਕਾਫੀ ਜ਼ਿਆਦਾ ਇਸ ਵਕਤ ਨਵੇਂ ਪ੍ਰੋਗਰਾਮਸ ਦੇ ਜ਼ਰੀਏ ਕੈਨੇਡਾ ਦੀ ਪੀਆਰ ਮੁਹੱਈਆ ਕਰਵਾ ਰਹੀ ਹੈ। ਸੋ ਅੱਜ ਵੀ ਕੁਝ ਅਜਿਹੇ ਹੀ ਮੁੱਦਿਆਂ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਇੱਕ ਕਿਊਬਿਕ ਦੇ ਵਿੱਚ ਜੋ ਇਸ ਵਕਤ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜੋ ਰੌਲਾ ਪੈ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦੇ ਨਾਲ ਨਵਾਂ ਪ੍ਰੋਗਰਾਮ ਜੋ ਪਬਲਿਕ ਪ੍ਰੋਗਰਾਮ ਸਰਕਾਰ ਨੇ ਸ਼ੁਰੂ ਕੀਤਾ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਇਹਨਾਂ ਗੱਲਾਂ ਉੱਤੇ ਚਰਚਾ ਕਰਨ ਲਈ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਮਿਸਟਰ ਗੁਰਪ੍ਰੀਤ ਖਹਿਰਾ। ਸਵਾਗਤ ਹੈ ਸਰ। बहुत बहुत शुक्रिया तरण ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ। ਆਪਾਂ ਹਾਲਾਂਕਿ 2 ਵੀਕ ਨਹੀਂ ਕਰ ਪਾਏ ਸੀ ਪ੍ਰੋਗਰਾਮ, ਪਰ ਇਸ ਦੌਰਾਨ ਕਾਫੀ ਜ਼ਿਆਦਾ ਚੇਂਜਸ ਨਜ਼ਰ ਆਏ ਨੇ। ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਉੱਤੇ ਗੱਲ ਕਰੀਏ। ਪਹਿਲਾਂ ਇੱਕ ਨਵੀਂ ਸ਼ੁਰੂਆਤ ਜਿਹੜੀ ਕਿਊਬਿਕ ਤੋਂ ਕਰਨ ਜਾ ਰਹੇ ਹਾਂ। ਕਿਊਬਿਕ ਦੇ ਵਿੱਚ ਦੇਖ ਰਹੇ ਹਾਂ ਕਿ ਇਸ ਵਕਤ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਵਿੱਚ ਬੈਠੇ ਸਟੱਡੀ ਕਰ ਰਹੇ ਸੀ ਉਹਨਾਂ ਨੂੰ ਉੱਥੇ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਕੁਝ ਕਾਲਜਸ ਵੀ ਸੁਣਨ ਦੇ ਵਿੱਚ ਆਇਆ ਕਿ ਸ਼ਾਇਦ ਬੰਦ ਕੀਤੇ ਜਾ ਰਹੇ ਨੇ। ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਵਿਦਿਆਰਥੀਆਂ ਦਾ ਭਵਿੱਖ ਇਸ ਵਕਤ ਖਤਰੇ 'ਚ ਨਜ਼ਰ ਆ ਰਿਹਾ। ਬਿਲਕੁਲ ਤਰਨ, ਇਹ ਕਾਫੀ ਨੰਬਰ ਆਫ ਕਾਲਜਸ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ। ਸੋ ਜਿਹੜਾ DLI ਦਾ ਡੈਫੀਨੇਸ਼ਨ ਹੈਗਾ ਉਹ ਹੈ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ। ਸੋ ਜਿਹੜਾ ਜੇ ਤੁਸੀਂ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦੇ ਵਿੱਚ ਹੈ ਨਹੀਂ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ। ਜਦੋਂ ਇੱਕ ਇੰਸਟੀਟਿਊਸ਼ਨ ਦਾ ਜਿਹੜਾ ਡੈਜ਼ਿਗਨੇਟਿਡ ਲਰਨਿੰਗ ਸਟੇਟਸ ਵਾਪਸ ਲੈ ਲਿਆ ਜਾਂਦਾ ਹੈ ਤੇ ਫਿਰ ਉਹ ਤੋਂ ਬਾਅਦ ਉਹਦੀਆਂ ਕੌਨਸੀਕੁਐਂਸਿਸ ਨੇ। ਇਹ ਪ੍ਰੋਵੀਜ਼ਨ ਤਾਂ ਕਾਨੂੰਨ ਦੇ ਵਿੱਚ ਰੱਖੀ ਗਈ ਹੈਗੀ ਹੈ ਕਿ ਜੇ ਸਟੂਡੈਂਟ ਕੈਨੇਡਾ ਦੇ ਅੰਦਰ ਹੈਗਾ ਤੇ ਉਹਦੇ ਜਿੱਥੇ ਉਹ ਪੜ੍ਹਦਾ ਹੈ ਤੇ ਉਹਦਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦਾ ਸਟੇਟਸ ਵਾਪਸ ਲਿਆ ਜਾਂਦਾ ਹੈ ਤਾਂ ਉਸ ਸਟੂਡੈਂਟ ਤੇ ਕੋਈ ਅਸਰ ਨਾ ਹੋਵੇ। ਇਹਦੇ ਲਈ ਤਾਂ ਕਾਨੂੰਨ 'ਚ ਪ੍ਰੋਵੀਜ਼ਨਸ ਰੱਖੀਆਂ ਗਈਆਂ ਨੇ ਆਲਰੇਡੀ। ਜੋ ਕੈਂਸਲ ਹੋ ਜਾਂਦਾ, ਤੁਸੀਂ ਪਰਮਿਟ ਚੇਂਜ ਕਰਾਉਣਾ, ਨਵੇਂ 'ਚ ਜਾਣਾ, ਉਹਦੇ ਲਈ ਪਹਿਲਾਂ ਹੀ ਰੈਗੂਲੇਸ਼ਨਸ ਹੈਗੀਆਂ। ਪਰ ਇੱਕ ਨਵੀਂ ਸਥਿਤੀ ਹੈ ਜਿਹੜੀ ਹੋਈ ਹੈ, ਕਿਉਂਕਿ ਇਹ ਪਹਿਲਾਂ ਇਹੋ ਜਿਹੀ ਸਥਿਤੀ ਕਦੇ ਨਹੀਂ ਆਈ ਸੀ ਜਿੱਥੇ ਕਿ ਤੁਹਾਨੂੰ ਬਾਹਰ ਪੜ੍ਹਨ ਦੀ ਵੀ ਇਜਾਜ਼ਤ ਸੀਗੀ। ਕਿਉਂਕਿ ਪੈਂਡੇਮਿਕ ਤੋਂ ਪਹਿਲਾਂ ਤੁਸੀਂ ਕੈਨੇਡਾ ਆ ਕੇ ਹੀ ਪੜ੍ਹਦੇ ਸੀ। ਜੇ ਤੁਸੀਂ ਬਾਹਰ ਪੜ੍ਹਦੇ ਸੀ ਉਹ ਤੁਹਾਡਾ ਟਾਈਮ ਕੈਲਕੂਲੇਟ ਨਹੀਂ ਹੁੰਦਾ ਸੀ। ਹੁਣ ਤੁਹਾਨੂੰ ਇਹ ਇਜਾਜ਼ਤ ਦੇਤੀ ਕਿ ਤੁਸੀਂ ਬਾਹਰ ਬਹਿ ਕੇ ਵੀ ਪੜ੍ਹ ਸਕਦੇ ਹੋ ਤਾਂ ਵੀ ਤੁਹਾਨੂੰ ਟਾਈਮ ਮੰਨਿਆ ਜਾਊਗਾ। ਇਹ ਇੱਕ ਯੂਨੀਕ ਸਿਚੁਏਸ਼ਨ ਹੈ, ਅਨਪ੍ਰੈਸੀਡੈਂਟਡ ਹੈਗੀ ਹੈ ਇਹ। ਸੋ ਇਹਦੇ 'ਚ ਕੀ ਹੋਇਆ, ਇਨ ਦ ਮੀਨ ਟਾਈਮ ਜੇ DLI ਸਟੇਟਸ ਵਾਪਸ ਹੋ ਗਿਆ, ਇਹਦੇ ਲਈ ਕੋਈ ਪ੍ਰੋਵੀਜ਼ਨ ਰੱਖੀ ਨਹੀਂ ਗਈ ਕਿ ਉਹਨਾਂ ਦਾ ਕੀ ਕਰਨਾ ਹੈ। ਤੇ ਦੂਜਾ, ਕਿਉਂਕਿ ਸਰਕਾਰ ਨੇ ਪਹਿਲਾਂ ਵੀ ਇਹ ਗੱਲ ਕਲੀਅਰ ਕੀਤੀ ਸੀ ਕਿ ਜੇ ਤੁਹਾਨੂੰ ਇਨੀਸ਼ੀਅਲ ਅਪਰੂਵਲ ਮਿਲ ਗਈ ਹੈ, ਅਪਰੂਵਲ ਇਨ ਪ੍ਰਿੰਸੀਪਲ ਮਿਲ ਗਈ ਹੈ, ਇਹ ਜ਼ਰੂਰੀ ਨਹੀਂ ਬਣਾ ਦਿੰਦੀ ਕਿ ਮੁੜ ਕੇ ਤੁਹਾਨੂੰ ਵੀਜ਼ਾ ਮਿਲੂਗਾ। ਕਿਉਂਕਿ ਜੇ ਤੁਸੀਂ ਉਹ ਕੰਡੀਸ਼ਨਸ ਪੂਰੀਆਂ ਨਹੀਂ ਕਰਦੇ ਫਿਰ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ। ਇਹ ਸਿਰਫ ਤੁਹਾਡੀ ਮਦਦ ਲਈ ਹੈ ਤਾਂ ਕਿ ਤੁਸੀਂ ਤੁਹਾਡਾ ਸਮਾਂ ਬਰਬਾਦ ਨਾ ਹੋਵੇ, ਤੁਸੀਂ ਉੱਥੇ ਬੈਠ ਕੇ ਪੜ੍ਹ ਸਕੋ। ਹੁਣ ਜਾਂ ਤਾਂ ਉਹਦੇ ਉੱਤੇ ਕੋਈ ਰੈਗੂਲੇਸ਼ਨ ਦੇ ਵਿੱਚ ਚੇਂਜ ਲਿਆਂਦਾ ਜਾਵੇ ਜਾਂ ਕੋਈ ਪਬਲਿਕ ਪਾਲਿਸੀ ਬਣਾਈ ਜਾਵੇ ਜਿਹਦਾ ਮਿਨਿਸਟਰ ਕੋਲ ਅਧਿਕਾਰ ਹੈਗਾ ਕਿ ਉਹਨੂੰ ਐਗਜ਼ੈਂਪਟ ਕਰ ਸਕਦੇ ਨੇ ਉਹਨਾਂ ਨੂੰ। ਪਰ ਫਿਲਹਾਲ ਇਹੀ ਜੀ ਕੋਈ ਗੱਲ ਜਿਹੜੀ ਸਾਹਮਣੇ ਨਹੀਂ ਆਈ। ਇਹ ਜਿਹੜਾ ਸਿਚੁਏਸ਼ਨ ਅਰਾਈਜ਼ ਹੋਇਆ ਇਹ ਅੱਜ ਦਾ ਨਹੀਂ ਹੈਗਾ ਤਰਨ, ਇਹ 2015-16 ਤੋਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ। ਸਰ ਫਿਰ ਇਹ ਜੇ ਕਾਲਜਸ ਵਿੱਚ ਐਡਮਿਸ਼ਨਸ ਦਵਾਈਆਂ ਹੀ ਕਿਉਂ ਜਾਂਦੀਆਂ ਨੇ? ਜੇ ਉੱਥੇ ਇੰਡੀਆ ਦੇ ਵਿੱਚ ਗੱਲ ਕਰੀਏ ਏਜੰਟਸ ਫਿਰ ਕਿਊਬਿਕ ਦੇ ਜੇ ਕਾਲਜਸ ਨੂੰ ਹੀ ਕਿਉਂ ਪ੍ਰੈਫਰੈਂਸ ਦੇ ਰਹੇ ਨੇ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਇੱਕ ਤਰ੍ਹਾਂ ਨਾਲ ਫਿਊਚਰ ਨਾਲ ਵੀ ਖਿਲਵਾੜ ਕਰ ਰਹੇ ਹੋ? ਇੱਕ ਬਹੁਤ ਵੱਡਾ ਨੈਕਸਸ ਹੈਗਾ। ਉਹ ਨੈਕਸਸ ਕਿਵੇਂ ਹੈਗਾ ਕਿ ਜਿਹੜਾ ਇੰਡੀਆ 'ਚ ਬੈਠਾ ਹੈ ਉਹ ਇੰਡੀਵਿਜੂਅਲ ਹੈਗਾ ਏਜੰਟ। ਸੋ ਉਹਦਾ ਵੈਸਟਡ ਇੰਟਰਸਟ ਕੀ ਹੈਗਾ, ਉਹਨੇ ਉਹੇ ਜਿਹੇ ਇੰਸਟੀਟਿਊਸ਼ਨ ਦੇ ਵਿੱਚ ਦਾਖਲਾ ਦਿਵਾਉਣਾ ਹੈ ਜਿਹੜੇ ਇੰਸਟੀਟਿਊਸ਼ਨ ਨੇ ਉਹਨੂੰ ਵੱਧ ਤੋਂ ਵੱਧ ਕਮਿਸ਼ਨ ਪੇ ਕਰਨਾ ਹੈਗਾ। ਜਿਹੜੇ ਪਬਲਿਕ ਫੰਡਡ ਕਾਲਜਸ ਨੇ ਮੈਜੋਰਿਟੀ, ਉਹ ਉਹਨਾਂ ਕੋਲੇ ਜੇ ਵੈਸੇ ਹੀ ਸਟੂਡੈਂਟ ਆ ਰਿਹਾ ਹੈ ਤਾਂ ਫਿਰ ਉਹ ਕਿਉਂ ਕਮਿਸ਼ਨ ਦੇਣਗੇ ਜੀ? ਉਹ ਕਮਿਸ਼ਨ ਨਹੀਂ ਦਿੰਦੇ ਜੇ ਸਟੂਡੈਂਟ ਨੂੰ ਸਿੱਧੇ ਹੀ ਅਪਰੋਚ ਕਰ ਰਿਹਾ ਹੈ। ਤੇ ਦੂਜੇ ਪਾਸੇ ਜਿਹੜੇ ਇਹੋ ਜਿਹੇ ਇੰਸਟੀਟਿਊਸ਼ਨਸ ਨੇ ਏਜੰਟਸ ਨੂੰ ਵੱਧ ਤੋਂ ਵੱਧ ਕਮਿਸ਼ਨ ਦਿੰਦੇ ਆ। ਜਦੋਂ ਵੱਧ ਤੋਂ ਵੱਧ ਕਮਿਸ਼ਨ ਦਿੰਦੇ ਆ ਤਾਂ ਏਜੰਟ ਦਾ ਲਾਲਚ ਹੈ ਕਿ ਉੱਥੇ ਦਾਖਲਾ ਕਰਾਵੇ ਸਟੂਡੈਂਟ ਦਾ ਜਿੱਥੇ ਉਹਨੂੰ ਵੱਧ ਤੋਂ ਵੱਧ ਕਮਿਸ਼ਨ ਮਿਲੇ। ਕਈ ਇਹੋ ਜਿਹੇ ਪ੍ਰੋਗਰਾਮ ਪਬਲਿਕ ਫੰਡਡ ਕਾਲਜਸ ਨੇ ਜਿਹੜੇ ਸਟੂਡੈਂਟ ਘੱਟ ਲੈਂਦੇ, ਕੋਈ 3 ਸਾਲ ਦਾ ਪ੍ਰੋਗਰਾਮ ਹੈ ਉਹ 'ਚ ਵੀ ਐਡਮਿਸ਼ਨ ਕਰਾ ਦਿੰਦੇ ਨੇ ਜਿਹਦਾ ਕਿ ਸਟੂਡੈਂਟ ਨੂੰ ਕੋਈ ਫਾਇਦਾ ਨਹੀਂ ਹੁੰਦਾ ਪਰ ਕਮਿਸ਼ਨ ਉਹਨੂੰ ਵੱਧ ਤੋਂ ਵੱਧ ਮਿਲਦਾ ਹੈਗਾ। ਤੇ ਸਟੂਡੈਂਟ ਹੈ ਜਿਹੜਾ ਉਹ ਵੀ ਇਹ ਸਮਝਦਾ ਹੈ ਕਿ ਜਿਹੜਾ ਏਜੰਟ ਹੈ ਉਹ ਉਹਦੇ ਬੈਸਟ ਇੰਟਰਸਟ 'ਚ ਕੰਮ ਕਰ ਰਿਹਾ ਹੈ। ਟੈਕਨੀਕਲੀ ਇਦਾਂ ਨਹੀਂ ਹੈਗਾ। ਏਜੰਟ ਦਾ ਤੇ ਕਾਲਜ ਦਾ ਤਾਂ ਇੱਕ ਸਮਝੌਤਾ, ਇੱਕ ਬਿਜ਼ਨਸ ਰਿਲੇਸ਼ਨਸ਼ਿਪ ਹੈ। ਉਹ ਹੈਗਾ ਕਿ ਮੇਰੇ ਕੋਲ ਆ ਕਮੋਡਿਟੀ ਆ, ਸੀਟ ਹੈ ਮੇਰੇ ਕੋਲ, ਤੂੰ ਇਹਨੂੰ ਵੇਚ ਤੇ ਤੈਨੂੰ ਇੰਨਾ ਕਮਿਸ਼ਨ ਮਿਲ ਜੂਗਾ। ਉਹਨੇ ਸਟੂਡੈਂਟ ਦੇ ਤਾਂ ਹੱਕ ਦੀ ਗੱਲ ਸੋਚਣੀ ਨਹੀਂ ਨਾ ਜੀ, ਉਹਨੇ ਤਾਂ ਆਪਦੇ ਗੱਲ ਦੀ ਸੋਚਣੀ ਹੈ ਜੋ ਉਹਦਾ ਬਿਜ਼ਨਸ ਰਿਲੇਸ਼ਨਸ਼ਿਪ ਹੈ। ਦੂਜੇ ਪਾਸੇ ਕਿਉਂਕਿ ਉਹ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਆਥੋਰਾਈਜ਼ ਨਹੀਂ, ਸੋ ਫਿਰ ਉਹ ਅਰਜ਼ੀ ਵੀ ਇਦਾਂ ਦਾਖਲ ਕਰਦੇ ਨੇ ਕਿ ਅਸੀਂ ਤਾਂ ਕੋਈ ਪੈਸੇ ਨਹੀਂ ਲਏ, ਅਸੀਂ ਤਾਂ ਇਹਦੀ ਮਦਦ ਲਈ ਅਰਜ਼ੀ ਦਾਖਲ
ਕਰ ਰਹੇ ਹੈ। ਇਹਦੇ ਬਾਰੇ ਗੱਲ ਕਰਾਂਗੇ। ਇਸ ਵਕਤ ਕਾਲਰ ਸਾਡੇ ਨਾਲ ਲਾਈਨਸ ਤੇ ਮੌਜੂਦ ਨੇ, ਕਿ ਕਰਕੇ ਅਸੀਂ ਉਹਨਾਂ ਦੀਆਂ ਕਾਲਸ ਵੀ ਨਾਲ ਦੀ ਨਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? मैं इटली तो बोल रहा हूँ। सब तो सब्जी का क्वेश्चन पूछना थी सर। सब्जी का जी ਸਤਿ ਸ੍ਰੀ ਅਕਾਲ ਜੀ। ਜਿਹੜਾ ਫੈਡਰਲ ਤੇ ਸਕਿਲਡ ਵਰਕਰ ਦਾ ਐਕਸਪ੍ਰੈਸ ਐਂਟਰੀ ਹੈਗਾ ਆਪਣਾ ਇੰਡੀਆ ਤੋਂ ਜਿਹੜੇ ਵੀਜ਼ੇ ਲੱਗਦੇ ਆ ਆਪਣਾ ਫੈਡਰਲ ਸਕਿਲਡ ਵਰਕਰ ਦੇ ਐਕਸਪ੍ਰੈਸ ਐਂਟਰੀ ਦੇ, ਇਹ ਕਦੋਂ ਤੱਕ ਖੁੱਲੂਗੇ ਤੇ ਕਦ ਤੱਕ ਉਮੀਦ ਹੈ? ਦੂਸਰਾ ਸਰ ਮੈਂ ਕੁਐਸਚਨ ਇਹ ਪੁੱਛਣਾ ਸੀ, ਮੈਂ ਮੈਡਮ ਨੂੰ ਪਤਾ ਪਹਿਲਾਂ ਹੀ ਪੁੱਛ ਚੁੱਕਾ ਹੈ, ਫਿਰ ਪੁੱਛਣਾ ਕਿ ਮੈਂ ਆਪਣੇ ਨਾਮ ਦੇ ਨਾਲ ਸ਼ਰਮਾ ਐਡ ਕਰਾਉਣਾ ਚਾਹੁੰਦਾ ਤੇ ਮੈਨੂੰ ਆਪਣੇ ਇੰਡੀਅਨ ਪਾਸਪੋਰਟ ਤੇ ਪੀਆਰ ਕਾਰਡ ਦੇ ਨਾਲ ਚੇਂਜ ਕਰਾਉਣਾ ਪਏਗਾ। ਆਹ ਦੋ ਗੱਲਾਂ ਦੱਸ। ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਕੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਨੇਡਾ ਤੋਂ ਇੱਥੋਂ ਬੋਲ ਰਿਹਾ। ਮੈਂ ਪੁੱਛਣਾ ਸੀ ਕੈਨੇਡਾ ਤੋਂ ਓਲਡ ਏਜ ਪੈਨਸ਼ਨ ਦੇ ਲਈ ਅਪਲਾਈ ਕਰਨ ਲਈ ਮੈਰਿਜ ਸਰਟੀਫਿਕੇਟ ਦੇ ਬਾਰੇ ਪੁੱਛਣਾ ਸੀਗਾ। ਮੇਰੀ ਉਮਰ 77 ਸਾਲ ਤੇ ਮੇਰੀ ਮਿਸਿਸ ਦੀ ਹੈਗੀ 74 ਸਾਲ। ਅਸੀਂ ਅਪਲਾਈ ਕਰਨਾ ਓਲਡ ਏਜ ਪੈਨਸ਼ਨ ਲਈ ਹੁਣ, ਤੇ ਮੈਰਿਜ ਸਰਟੀਫਿਕੇਟ ਦੇ ਬਾਰੇ ਪੁੱਛਣਾ ਸੀਗਾ ਕਿ ਮੈਰਿਜ ਸਰਟੀਫਿਕੇਟ ਕਿਹੜਾ ਦੇਣਾ, ਕਿੱਦਾਂ ਬਣਾਉਣਾ, ਮੈਰਿਜ ਬਣਾਉਣਾ ਪਏਗਾ ਕਿ ਪਾਸਪੋਰਟ ਤੋਂ ਹੀ ਸ਼ੋ ਹੋਊਗਾ? ਤੁਸੀਂ ਜਦੋਂ ਕੈਨੇਡਾ ਆਏ ਸੀਗੇ ਜੀ, ਉਸ ਵੇਲੇ ਵੀ ਇਹ ਸਵਾਲ ਆਪ ਜੀ ਦੇ ਸਾਹਮਣੇ ਆਇਆ ਹੋਣਾ। ਉਸ ਵੇਲੇ ਆਪ ਜੀ ਨੇ ਕੀ ਕਾਗਜ਼ ਦਿੱਤਾ ਸੀਗਾ? ਉਹ ਦਿੱਤਾ ਸੀ ਕਿ ਮੈਰਿਜ ਸੀ, ਮੈਂ ਆਈ ਐਮ ਮੈਰਿਡ। ਮੈਂ ਦੱਸਿਆ ਸੀ ਕਿ ਮੈਂ ਮੈਰਿਡ ਆ। ਹਾਂਜੀ, ਕੋਈ ਕਾਗਜ਼ ਦਿੱਤਾ ਹੋਣਾ ਆਪ ਜੀ ਨੇ ਦੱਸਣ ਲਈ ਕਿ ਮੈਂ ਮੈਰਿਡ ਆ? ਹਾਂਜੀ ਹਾਂਜੀ। ਉਹ ਕੀ ਕਾਗਜ਼ ਸੀ? ਉਹਨੇ ਮੈਨੂੰ ਪਤਾ ਹੈ ਸਰ, ਮੈਂ ਪੁੱਛਿਆ ਸੀ ਕਿ ਮੈਂ ਦੱਸਿਆ ਸੀ, ਇਹੀ ਦੱਸਿਆ ਸੀ ਕਿ ਮੈਂ ਆਈ ਐਮ ਮੈਰਿਡ। ਹਾਂਜੀ, ਉਹ ਤਾਂ ਤੁਸੀਂ ਫਾਰਮ ਦੇ ਵਿੱਚ ਲਿਖਿਆ ਸੀ। ਤੁਸੀਂ ਸਬੂਤ ਦੇ ਤੌਰ ਤੇ ਕੀ ਪੇਸ਼ ਕੀਤਾ ਸੀਗਾ? ਤੁਸੀਂ ਸਬੂਤ ਦੇ ਤੌਰ ਤੇ ਕੀ ਪੇਸ਼ ਕੀਤਾ ਸੀਗਾ ਕਿ ਮੈਂ ਮੈਰਿਡ ਆ? ਆਈ ਡੋਂਟ ਰਿਮੈਂਬਰ। ਹਾਂਜੀ, ਸੋ ਹਾਂਜੀ, ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਲਿਓ ਜੀ, ਤੇ ਉਹ ਤੁਹਾਡੀ ਅੱਗੇ ਮਦਦ ਕਰ ਸਕਣਗੇ। ਕਾਨੂੰਨ ਦੀ ਧਾਰਾ 178 ਹੈਗੀ, ਉਹ ਪ੍ਰੋਵੀਜ਼ਨ ਦਿੰਦੀ ਹੈਗੀ ਹੈ, ਉਹਦੇ ਇਨ ਲੀਵ ਕਰ ਸਕਦੇ ਹੈਗੇ। ਸ਼ੁਕਰੀਆ ਜੀ ਕਾਲ ਕਰਨ ਲਈ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਵੈਨਕੂਵਰ ਤੋਂ ਬੋਲਦੀ ਹਾਂ ਜੀ। ਤੇ ਸਾਡਾ ਨੈਣੀ ਲਈ ਅਪਲਾਈ ਕੀਤਾ ਹੋਇਆ, ਜਿਹਦਾ ਕੋਰਸ ਕੀਤਾ ਹੋਇਆ ਨੈਣੀ ਦਾ ਇੰਡੀਆ ਤੋਂ 2 ਮਹੀਨੇ ਹੋ ਗਏ ਜੀ। ਕਦੋਂ ਕੁ ਬਣੂਗਾ ਜੀ? ਐਡਮਿੰਟਨ ਆਫਿਸ ਫਾਈਲ ਭੇਜੀ ਹੈ ਜੀ ਤੁਸੀਂ? ਹਾਂ ਜੀ, ਫਾਈਲ ਇੱਥੇ ਲਾਈ ਹੋਈ ਹੈ, 2 ਮਹੀਨੇ ਹੋ ਗਏ। ਹਾਂਜੀ, ਮੈਂ ਜਵਾਬ ਦੇ ਤੁਸੀਂ ਦਿੰਦਾ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਅਗਲੇ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਸੈਦਪਾਲ ਸਿੰਘ ਬੋਲ ਰਿਹਾ ਜੀ ਸਰ, ਦੱਸੋ ਕੀ ਸਵਾਲ ਹੈ? ਜੀ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਵਿਨੀਪੈਗ ਤੋਂ ਬੋਲ ਰਿਹਾ। ਜੀ ਵਿਨੀਪੈਗ। ਹਾਂਜੀ ਹਾਂਜੀ, ਦੱਸੋ ਕੀ ਸਵਾਲ ਹੈ ਤੁਹਾਡਾ? ਅੱਛਾ, ਸਵਾਲ ਇਹ ਵੀ ਮੇਰਾ ਕਿ ਮੈਂ 2014 ਤੋਂ ਇੱਥੇ ਰਹਿ ਰਿਹਾ ਹਾਂ ਕੈਨੇਡਾ 'ਚ ਜੀ। ਤੇ ਮੈਂ ਕੰਮ ਕਰਨਾ ਪੁਲਿਸ ਦੇ ਤੌਰ ਤੇ ਵਾਲੰਟੀਅਰ ਲਈ। ਤੂੰ ਮੈਨੂੰ ਕਿਹੜਾ ਤਰੀਕਾ ਮੈਂ ਇਖਤਿਆਰ ਕਰਾਂ ਕਿ ਮੇਰਾ ਪਰਮਨੈਂਟ ਰੈਜ਼ੀਡੈਂਸ ਹੋ ਜਾਵੇ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ, ਅਸੀਂ ਆਨਸਰ ਦੇਣਾ ਸ਼ੁਰੂ ਕਰੀਏ। ਇੱਕ ਜਿਨ੍ਹਾਂ ਨੇ ਕਿਹਾ ਸੀ ਕਿ ਫੈਡਰਲ ਜਾਂ ਫਿਰ ਸਕਿਲਡ ਵਰਕਰ ਦੇ ਐਕਸਪ੍ਰੈਸ ਐਂਟਰੀ ਦੇ ਕਦੋਂ ਤੱਕ ਨਿਕਲਣ ਦੇ ਚਾਂਸਸ ਨੇ? ਹਾਂਜੀ, ਸੋ ਉਹਨਾਂ ਦਾ ਸਵਾਲ ਥੋੜਾ ਐਂਬੀਗਸ ਸੀਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈ, ਜੇ ਕੋਈ ਵੀਜ਼ਾ ਨਹੀਂ ਮਿਲਦਾ ਜੀ। ਐਕਸਪ੍ਰੈਸ ਐਂਟਰੀ ਦਾ ਸਿਰਫ ਇੱਕ ਪੂਲ ਹੈਗਾ। ਉਹਦੇ ਵਿੱਚ ਤੁਸੀਂ, ਜੇ ਤੁਹਾਡਾ ਇਹ ਸਵਾਲ ਸੀ ਕਿ ਉਹ ਪੂਲ ਦੇ ਵਿੱਚੋਂ ਤੁਹਾਨੂੰ ਅੱਗੇ ਫੈਡਰਲ ਸਕਿਲਡ ਵਰਕਰ ਲਈ ਐਪਲੀਕੇਸ਼ਨ ਫਾਈਲ ਹੋਈ ਹੈ ਤੇ ਉਦੋਂ ਕਦੋਂ ਤੱਕ ਉਹਦਾ ਹੋਊਗਾ, ਤੋ ਉਹ ਡਿਪੈਂਡ ਕਰਦਾ ਹੈਗਾ ਲੋਟ ਸਰਕਮਸਟੈਂਸਸ ਦੇ ਉੱਤੇ। ਤੋ ਜੇ ਇਹ ਸਵਾਲ ਹੈਗਾ ਕਿ ਫੈਡਰਲ ਸਕਿਲਡ ਵਰਕਰ ਦੇ ਥੱਲੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਲਾਇਆ, ਉਹਦਾ ਡਰਾ ਕਦੋਂ ਤੱਕ ਆਊਗਾ, ਉਹ ਮਿਨਿਸਟਰ ਨੇ ਆਲਰੇਡੀ ਕਲੀਅਰ ਕਰਤਾ ਜੀ। ਉਹ ਵਿਦਨ ਕੈਨੇਡਾ ਹੀ ਮੈਜੋਰਿਟੀ ਡਰਾ ਕਰਕੇ ਥੀ ਲੋਕਾਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕਰਨਗੇ, ਸੋ ਬਾਹਰੋਂ ਨਹੀਂ। ਪਰ ਜੇ ਤੁਹਾਡਾ ਕੇਸ ਆਲਰੇਡੀ ਫਾਈਲਡ ਹੈਗਾ, ਤੁਹਾਡਾ ਡਰਾ 'ਚ ਨੰਬਰ ਆ ਗਿਆ ਸੀ, ਤੁਸੀਂ ਐਕਸਪ੍ਰੈਸ ਐਂਟਰੀ ਜਦੋਂ ਤੁਹਾਨੂੰ ਇਨਵਾਈਟ ਆ ਗਿਆ ਤਾਂ ਉਹਦਾ ਫੈਡਰਲ ਸਕਿਲਡ ਵਰਕਰ 'ਚ ਤੁਸੀਂ ਐਪਲੀਕੇਸ਼ਨ ਕਰਤੀ, ਹਾਂਜੀ, ਉਹ ਜਿਹੜੇ ਕੇਸਿਸ ਨੇ ਉਹ ਆਨਗੋਇੰਗ ਨੇ, ਉਹ ਚੱਲ ਰਹੇ ਨੇ ਜੀ। ਇਹਨਾਂ ਦਾ ਸੈਕਿੰਡ ਕੁਐਸਚਨ ਸੀ ਕਿ ਇਹਨਾਂ ਨੇ ਸਰਨੇਮ ਐਡ ਕਰਵਾਉਣਾ ਆਪਣੀ ਸਿਟੀਜ਼ਨਸ਼ਿਪ ਦੇ ਉਹਦੇ ਨਾਲ, ਪੇਪਰਸ ਦੇ ਨਾਲ, ਤੇ ਉਹ ਪੁੱਛਣਾ ਚਾਹੁੰਦੇ ਸੀਗੇ ਕਿ ਆਪਣੇ ਪਾਸਪੋਰਟ ਤੇ ਪੀਆਰ ਕਾਰਡ ਤੇ ਕਰਵਾਉਣਾ ਜ਼ਰੂਰੀ ਹੈ? ਹਾਂਜੀ, ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਨਾਂ ਐਡ ਕਰਵਾਉਣਾ ਪਰ ਸੇ ਇਦਾਂ ਨਹੀਂ ਹੁੰਦਾ ਕੈਨੇਡਾ ਦੇ ਵਿੱਚੋਂ, ਤੇ ਤੁਸੀਂ ਨੇਮ ਚੇਂਜ ਲਈ ਅਪਲਾਈ ਕਰਨਾ ਹੈਗਾ। ਸੋ ਜੇ ਉਹਨਾਂ ਦਾ ਸ਼ਰਮਾ ਨਹੀਂ ਲਿਖਿਆ ਤਾਂ ਮਤਲਬ ਉਹਨਾਂ ਦਾ ਨਾਂ ਨਹੀਂ ਹੈਗਾ, ਸੋ ਉਹਨਾਂ ਨੇ ਸ਼ਰਮਾ ਉਹਦੇ ਨਾਲ ਲਿਖਾਉਣਾ ਹੈਗਾ, ਉਹਨਾਂ ਨੇ ਨਾਂ ਬਦਲਾਉਣਾ ਹੈਗਾ, ਜੋ ਵੀ ਉਹਨਾਂ ਦਾ ਨਾਂ ਹੈ ਤੇ ਨਾਲ ਸ਼ਰਮਾ ਉਹਨਾਂ ਦਾ ਨਾਂ ਹੈ।
ਸੋ ਜਦ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਨੇਮ ਚੇਂਜ ਸਰਟੀਫਿਕੇਟ ਲਈ ਅਪਲਾਈ ਕਰਨਾ ਪਊਗਾ। ਉਹ ਜਿਹੜੇ ਵੀ ਪ੍ਰੋਵਿੰਸ 'ਚ ਰਹਿੰਦੇ ਨੇ, ਹਰੇਕ ਪ੍ਰੋਵਿੰਸ ਦਾ ਆਪਦਾ ਕਾਨੂੰਨ ਹੈਗਾ ਜਿਹੜਾ ਉਹਨਾਂ ਦਾ ਨੇਮ ਚੇਂਜ ਸਰਟੀਫਿਕੇਟ ਇਸ਼ੂ ਕਰਨ ਦਾ ਹੈਗਾ। ਸੋ ਨੇਮ ਚੇਂਜ ਸਰਟੀਫਿਕੇਟ ਹੋਣ ਤੋਂ ਬਾਅਦ ਉਹਨਾਂ ਨੂੰ ਜਿਵੇਂ ਬਰਥ ਸਰਟੀਫਿਕੇਟ ਹੁੰਦਾ ਉਹੋ ਜਿਹਾ ਇੱਕ ਕਾਗਜ਼ ਮਿਲ ਜੂਗਾ। ਉਹ ਕਾਗਜ਼ ਜਦੋਂ ਮਿਲ ਜਾਣਾ ਉਸ ਤੋਂ ਬਾਅਦ 2 ਪ੍ਰੋਵਿੰਸ਼ੀਅਲ ਆਈਡੀਜ਼ ਦੇ ਉੱਤੇ ਉਹਨਾਂ ਨੇ ਨਾਂ ਚੇਂਜ ਕਰਾਉਣਾ। ਉਹ ਆਈਡੀਜ਼ ਤੇ ਚੇਂਜ ਕਰਾਉਣ ਤੋਂ ਬਾਅਦ ਉਹਨਾਂ ਦਾ ਪਰਮਨੈਂਟ ਰੈਜ਼ੀਡੈਂਟ ਕਾਰਡ ਦੇ ਉੱਤੇ ਨਾਂ ਚੇਂਜ ਹੋਊਗਾ। ਉਹ ਤੋਂ ਬਾਅਦ ਹੀ ਇੰਡੀਅਨ ਪਾਸਪੋਰਟ ਤੇ ਉਹਨਾਂ ਦਾ ਨਾਂ ਹੈ ਜਿਹੜਾ ਉਹ ਬਦਲਿਆ ਜਾਊਗਾ ਜੀ। ਉਸ ਤੋਂ ਬਾਅਦ ਵੈਨਕੂਵਰ ਤੋਂ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀ ਕਿ ਨੈਨੀ ਦੇ ਲਈ ਉਹਨਾਂ ਨੇ ਫਾਈਲ ਲਗਾਈ ਹੈ, 2 ਮਹੀਨੇ ਹੋ ਗਏ ਨੇ, ਕਦੋਂ ਤੱਕ ਆਉਣ ਦੀ ਉਮੀਦ ਹੈ? ਜੀ ਤਰਨ, ਇਹਦੇ ਲਈ ਵੀ ਇੱਕ ਅਨਾਊਂਸਮੈਂਟ ਜਿਹੜੀ ਹੋਈ ਹੈ, ਮੋਸਟ ਰੀਸੈਂਟ ਅਨਾਊਂਸਮੈਂਟ ਹੋਈ ਹੈ। ਉਹ ਅਨਾਊਂਸਮੈਂਟ ਇਹ ਹੋਈ ਹੈ ਕਿ ਜਿੰਨੀਆਂ ਵੀ ਐਡਮਿੰਟਨ ਦੇ ਵਿੱਚ ਉਹ ਫਾਈਲ ਸੀਗੀਆਂ ਉਹਨਾਂ ਦੇ ਸਭ ਦੇ ਟੈਂਪਰੇਰੀ ਫਾਈਲ ਨੰਬਰਸ ਇਸ਼ੂ ਕਰਨੇ ਸ਼ੁਰੂ ਕਰ ਦਿੱਤੇ ਹੋਏ ਨੇ ਤੇ ਉਹ ਲੋਕਾਂ ਨੂੰ ਮਿਲ ਵੀ ਰਹੇ ਨੇ ਜੀ। ਤੇ 1500 ਐਪਲੀਕੇਸ਼ਨਸ 30 ਜੂਨ ਤੱਕ ਉਹਨਾਂ ਦੇ ਫੈਸਲੇ ਕਰ ਦੇਣੇ ਨੇ। ਪਰ ਇਹ ਐਪਲੀਕੇਸ਼ਨਸ ਉਹੀ ਹੋਣਗੀਆਂ ਜੀ ਜਿਹੜੀਆਂ 2019 ਦੇ ਵਿੱਚ ਦਾਖਲ ਹੋਈਆਂ ਸੀ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ, ਕਿਉਂਕਿ ਵਿੱਚ ਕੋਈ ਪ੍ਰੋਸੈਸ ਨਹੀਂ ਹੋਈ। ਤੇ ਇਹਦੇ ਨਾਲ 31 ਦਸੰਬਰ ਤੱਕ ਉਹਨਾਂ ਨੇ ਟਾਰਗੇਟ ਕੀਤਾ 6000 ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਨ ਦਾ। ਸੋ 2 ਸਾਲਾਂ ਦੀਆਂ ਹੋ ਜਾਣਗੀਆਂ, 19 ਦੀਆਂ ਵੀ 20 ਦੀਆਂ ਵੀ। ਇਹਦੇ ਨਾਲ ਹੁਣ ਜਿਹੜੀਆਂ 21 ਚ ਐਪਲੀਕੇਸ਼ਨਸ ਫਾਈਲ ਕਰੀਆਂ ਨੇ ਉਹ ਸ਼ਾਇਦ ਉਹਨਾਂ ਦੀ ਵਾਰੀ ਅਗਲੇ ਸਾਲ ਆਊਗੀ। ਪਰ ਜੇ ਹਾਲੇ 2 ਮਹੀਨੇ ਹੋਏ ਨੇ ਤੇ ਹਾਲੇ 19 ਵਾਲੇ ਕੇਸ ਵੀ ਡਿਸਾਈਡ ਨਹੀਂ ਹੋਏ, ਸੋ ਉਹਨਾਂ ਨੂੰ ਇੰਤਜ਼ਾਰ ਹੈ ਜਿਹੜਾ ਕਰਨਾ ਪਊਗਾ। ਨੈਕਸਟ ਵਿਨੀਪੈਗ ਤੋਂ ਕਾਲ ਆਈ ਸੀ 2014 ਤੋਂ ਕੈਨੇਡਾ ਵਿੱਚ, ਉਹ ਕਹਿੰਦੇ ਪ੍ਰੀਸਟ ਦੇ ਤੌਰ ਤੇ ਵਲੰਟੀਅਰ ਕਰ ਰਹੇ ਨੇ। ਉਹ ਪੀਆਰ ਦਾ ਕੋਈ ਵੇ ਹੋ ਸਕਦਾ ਜੀ? ਸੋ ਜਿਹੜਾ ਉਹਨਾਂ ਕੋਲੇ ਡਾਕੂਮੈਂਟ ਹੈਗਾ ਉਹ ਜੇ ਕਿਸੇ ਗੁਰਦੁਆਰੇ ਨੇ, ਮੰਦਿਰ ਨੇ, ਮੌਸਕ ਨੇ, ਕਿਸੇ ਵੀ ਰਿਲੀਜੀਅਸ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਦਿੱਤਾ ਹੈਗਾ ਤੇ ਉਹਨਾਂ ਨੇ ਉਹ ਤੋਂ ਬਾਅਦ ਅਪਲਾਈ ਕੀਤਾ। ਜੇ ਉਹੀ ਰਿਲੀਜੀਅਸ ਇੰਸਟੀਟਿਊਸ਼ਨ ਉਹਨਾਂ ਨੂੰ ਅੱਗੇ ਜੌਬ ਆਫਰ ਦਿੰਦਾ ਹੈਗਾ ਤਾਂ ਹਾਂਜੀ ਉਹ ਬਿਲਕੁਲ ਪਰਮਨੈਂਟ ਰੈਜ਼ੀਡੈਂਸ ਲਈ ਅਪਲਾਈ ਕਰ ਸਕਦੇ ਨੇ। ਜਿਹੜੇ ਪ੍ਰੀਸਟ ਨੇ ਉਹਨਾਂ ਲਈ ਇੱਕ ਡਿਫਰੈਂਟ ਪ੍ਰੋਵੀਜ਼ਨ ਕਲਾਸ ਹੈਗੀ ਹੈ, ਪਰ ਉਹਨਾਂ ਕੋਲੇ ਜਿਹੜਾ ਉਹਨਾਂ ਦਾ ਰਿਲੀਜੀਅਸ ਇੰਸਟੀਟਿਊਸ਼ਨ ਹੈ ਉਹਦੇ ਵੱਲੋਂ ਜੌਬ ਆਫਰ ਹੋਣਾ ਜ਼ਰੂਰੀ ਹੈਗਾ ਜੀ। ਬਿਲਕੁਲ। ਕਾਲਰਸ ਨੈਕਸਟ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਨੈਨੀ ਦੇ ਜਿਹੜੇ ਟੈਂਪਰੇਰੀ ਨੰਬਰ ਮਿਲ ਚੁੱਕੇ ਆ, ਪਰ ਇਹਨਾਂ ਦੇ ਪਰਮਾਨੈਂਟ ਨੰਬਰ ਕਦੋਂ ਤੋਂ ਮਿਲਣ ਦੀ ਪੋਸੀਬਿਲਿਟੀ ਹੈ? ਜੀ ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਬ੍ਰੈਂਪਟਨ ਤੋਂ ਗੱਲ ਕਰ ਰਹੇ ਜੀ। ਮੈਂ ਐਕਸਪ੍ਰੈਸ ਐਂਟਰੀ ਦਾ ਪੁੱਛਣਾ ਸੀ। ਮੈਨੂੰ ਇਨਵੀਟੇਸ਼ਨ ਆ ਗਿਆ ਸੀਗਾ ਤੇ ਜਿਹੜੀ ਫਾਈਲ ਸਬਮਿਟ ਆ, ਸਾਰੀ ਸਬਮਿਸ਼ਨ ਆ, ਉਹ ਮੈਂ 23 ਜਨਵਰੀ ਨੂੰ ਕਰ ਦਿੱਤੀ ਸੀਗੀ। ਤੇ ਇਸ ਤੋਂ ਬਾਅਦ ਪ੍ਰੋਸੈਸਿੰਗ ਟਾਈਮ ਕਿੰਨਾ ਲੱਗੂਗਾ, ਹੋਰ ਕਿੰਨੀ ਮਤਲਬ ਸੰਭਾਵਨਾ, ਕਦੋਂ ਤੱਕ ਜਿਹੜਾ ਕਾਰਡ ਤੱਕ ਦਾ ਪ੍ਰੋਸੈਸ ਆ? ਤੇ ਸੈਕਿੰਡ ਕੁਐਸਚਨ, ਜਿਹੜਾ ਲੇਟੈਸਟ ਪ੍ਰੋਗਰਾਮ ਆ 90,000 ਜਿਹੜੇ ਗ੍ਰੈਜੂਏਟ ਸਾਰਾ ਉਹਦੇ ਵਿੱਚ ਜਿਹੜੀ ਐਪਲੀਕੇਸ਼ਨ ਆ ਉਹ ਜਿਵੇਂ ਕਿਹਾ ਜਾ ਰਿਹਾ ਵੀ 6 ਮਹੀਨੇ ਫੁੱਲ ਹੋ ਜਾਣਗੀਆਂ, ਜਾਂ ਵੀ ਕਿੰਨੀ ਕੁ ਗਿਣਤੀ ਉਹਨਾਂ ਦੀ ਹੋਊਗੀ, ਕਿਉਂਕਿ ਇਸ ਤੋਂ ਬਿਨਾਂ ਬਹੁਤ ਸਟੂਡੈਂਟ ਆ ਜੀ। ਸ਼ੁਕਰੀਆ ਜੀ। ਕਿੰਨੀ ਜਲਦੀ ਫਿਲ ਹੋਣਗੀਆਂ? ਆਫ ਕੋਰਸ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਦੀ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਾਂ ਆਪਣਾ ਜਿਹੜਾ ਜਿੱਦਾਂ ਆਪਣਾ ਫਾਈਲਾਂ ਲੱਗਦੀ, ਫਾਈਲ ਦੇ ਨਾਲ ਕਿਆ ਕਿਆ ਚਾਹੀਦਾ ਆਪਣੇ ਡਾਕੂਮੈਂਟ ਜੀ? ਕਿਹੜੀ ਫਾਈਲ ਦੇ ਲਈ ਜੀ? ਜਿੱਦਾਂ ਆਪਣਾ ਹੁਣ ਪੀ ਕਾਰਡ ਨੂੰ ਆਪਣੇ ਜਾਂਦੇ ਨਾ, ਇਹਦੇ ਲਈ ਜੀ ਤਾਂ ਜਿਹਦਾ ਪੀ ਕਾਰਡ ਨੂੰ ਲੈਣ ਨੂੰ ਲਾਣੀਆਂ ਨਾ ਪਹਿਲਾਂ। ਤੁਸੀਂ ਕਿਹੜੀ ਅਪੀਲ ਦੀ ਗੱਲ ਕਰ ਰਹੇ ਹੋ ਜੀ? ਤੁਸੀਂ ਕਿਸ ਬੇਸ ਦੇ ਉੱਤੇ ਕਹਿ ਰਹੇ ਹੋ? ਇਹ ਆਪਣੇ ਫਾਰਮ ਦੀ ਆਪਣੀ ਦੀ ਲਾਣੀਆਂ ਫਾਈਲ ਖੇਤਾਂ ਦਾ, ਜਿਵੇਂ ਤੁਸੀਂ ਕਹਿ ਰਹੇ ਹੋ ਫਾਰਮ ਵਰਕਰ ਦੀ? ਹਾਂਜੀ। ਤੁਸੀਂ ਫਾਰਮ ਵਰਕਰ ਦਾ ਕੰਮ ਕਰਦੇ ਹੋ ਜੀ? ਹਾਂਜੀ। ਤੇ ਤੁਹਾਨੂੰ ਸਾਲ ਭਰ ਹੋ ਗਿਆ ਕੰਮ ਕਰਦਿਆਂ ਨੂੰ? ਹਾਂ, ਸਾਲ ਹੋ ਗਿਆ ਜੀ। ਹਾਂਜੀ। ਤੁਸੀਂ ਹੁਣ ਜਿਹੜੀਆਂ 6 ਮਈ ਨੂੰ ਅਰਜ਼ੀਆਂ ਖੁੱਲਣੀਆਂ ਨੇ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ? ਜਿਹੜੀਆਂ ਹੁਣ ਕਦੋਂ ਖੁੱਲਣੀਆਂ ਜਿਹੜੀ ਆਪਣੀਆਂ ਫਾਰਮਾਂ ਦੀਆਂ ਐਪਲੀਕੇਸ਼ਨਾਂ ਜੀ? ਹਾਂਜੀ, ਫਾਰਮ ਲਈ ਨਹੀਂ ਖੁੱਲਣੀ ਹੈਗੀ। ਆਪ ਜੀ ਆਲਰੇਡੀ ਫਾਰਮ ਵਰਕਰ ਹੋ ਪਹਿਲਾਂ? ਹਾਂਜੀ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪੱਕੇ ਤੌਰ ਦੀ ਅਰਜ਼ੀ ਲੱਗ ਜੇ? ਹਾਂਜੀ। ਉਹ 6 ਮਈ ਨੂੰ ਖੁੱਲਣੀਆਂ ਨੇ ਜੀ। 6 ਮਹੀਨੇ ਨੂੰ? 6 ਮਈ ਨੂੰ। 6 ਮਈ। ਹਾਂਜੀ, ਉਹ ਅੱਗੇ ਜਾ ਕੇ ਦੱਸਾਂਗੇ। ਸੁਣ ਸਕਦੇ ਹੋ ਜੀ। ਪ੍ਰੋਗਰਾਮ ਨਾਲ ਜੁੜੇ ਰਹੋ, ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਸ਼ੁਕਰੀਆ ਕਾਲ ਕਰਨ ਲਈ। ਅਗਲੇ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਬ੍ਰੈਂਪਟਨ ਤੋਂ ਬੋਲਦੇ ਹਾਂ। ਅਸੀਂ ਪੁੱਛਣਾ ਸੀ ਤੇ ਮੇਰੇ ਡਾਕਟਰ ਨਾਲ ਦੀ ਫਾਈਲ ਆਈ ਨੂੰ ਤੇ 1 ਸਾਲ 2 ਮਹੀਨੇ ਹੋ ਗਏ। ਮੇਰਾ ਬੇਟਾ PR ਕੈਨੇਡਾ ਤੇ ਉਹਦਾ ਮਤਲਬ ਕੁਛ ਨਹੀਂ ਹੈਗੇ, ਮਤਲਬ ਉਹਦਾ ਮੈਡੀਕਲ ਹੋ ਗਿਆ ਸੀ ਤੇ ਫਿੰਗਰਪ੍ਰਿੰਟ ਹੋ ਗਏ ਸੀਗੇ। ਕਾਹਦੀ ਫਾਈਲ ਲਈ ਹੈ ਜੀ?
Spouse ਦੀ। ਸਪਾਊਸ ਵੀਜ਼ੇ ਦੀ ਜਿੱਦਾਂ ਮਤਲਬ PR ਆਉਣਾ ਸੀ ਨਾ। ਤੁਸੀਂ ਕਹਿ ਰਹੇ ਹੋ ਤੁਹਾਡੇ ਬੇਟੇ ਨੇ ਤੁਹਾਡੀ ਡਾਟਰ ਇਨ ਲਾ ਦੀ ਸਪਾਊਸ ਦੀ ਫਾਈਲ ਲਗਾਈ ਹੈ ਨਾ, ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਕਹਿ ਰਹੇ ਹੋ ਉਹਦੇ ਉੱਤੇ ਕੋਈ ਮਤਲਬ 1 ਸਾਲ ਹੋ ਗਿਆ ਤੇ ਕੋਈ ਅਪਡੇਸ਼ਨ ਨਹੀਂ ਹੋਈ, ਮੈਡੀਕਲ ਹੋ ਗਿਆ। ਨਹੀਂ 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 ਕਿਸੇ ਹਾਂਜੀ ਸਾਡੇ ਮੈਡੀਕਲ ਹੋ ਗਿਆ ਤੇ ਫਿੰਗਰਪ੍ਰਿੰਟ ਹੋ ਗਈ ਸੀ ਤੇ ਮੁੜ ਕੇ ਕੁਛ ਨਹੀਂ ਆਇਆ ਉਹਨਾਂ ਦਾ ਜੀ ਤੇ ਹਾਂਜੀ ਇਹਦੇ ਲਈ ਕੋਈ TV screen ਬੇਟਾ ਵੀ ਇੰਡੀਆ ਹੁਣ ਬੈਠਾ ਹੋ ਗਿਆ ਹੋਇਆ ਉਹਦੇ ਕਰਕੇ ਵੀ ਅੱਜ ਆਉਂਦਾ ਕੱਲ੍ਹ ਆਉਂਦਾ ਨਾ। ਤੁਹਾਡਾ ਸਨ ਪਰਮਨੈਂਟ ਰੈਜ਼ੀਡੈਂਟ ਹੈ ਜੀ, ਸਿਟੀਜ਼ਨ ਹੈ? ਹਾਂਜੀ ਹਾਂਜੀ ਨਹੀਂ ਪਰਮਾਨੈਂਟ PR ਹੈ ਜੀ। ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਐਡਮਿੰਟਨ ਤੋਂ ਜੀ ਦੱਸੋ ਜੀ, ਕੀ ਸਵਾਲ ਹੈ? ਸਵਾਲ ਇਮੀਗ੍ਰੇਸ਼ਨ ਬਾਰੇ ਪੁੱਛਣਾ ਜ਼ਰਾ, ਜਿਹੜੀਆਂ ਫਾਈਲ ਲੱਗਣੀਆਂ ਨੇ ਖੜਾ ਸਰ ਨਾਲ ਗੱਲ ਕਰਦੇ। ਬਿਲਕੁਲ ਜੀ, ਦੱਸੋ ਕੀ ਸਵਾਲ ਕੀ ਹੈ ਤੁਹਾਡਾ? ਸਵਾਲ ਇਹ ਆ, ਮੇਰਾ ਬੇਟਾ 2001 ਤੋਂ ਇੱਥੇ ਆ, ਅਗਸਤ 2001 ਤੋਂ ਡਰਾਈਵਿੰਗ ਪ੍ਰੋਫੈਸ਼ਨ 'ਚ ਉਦੋਂ ਤੋਂ ਡਰਾਈਵਰ ਹੈ ਪਰਮਾਨੈਂਟ ਡਰਾਈਵਿੰਗ ਪ੍ਰੋਫੈਸ਼ਨਲ ਹੈ। ਔਰ ਉਹ ਪਹਿਲਾਂ ਰਿਫਿਊਜੀ ਅਸਾਮ ਵਿੱਚ ਸੀ, ਉਹਦੀ ਐਪਲੀਕੇਸ਼ਨ ਜਿਹੜੀ 2 ਵਾਰੀ ਰਿਜੈਕਟ ਹੋ ਗਈ। 2011 'ਚ ਉਹਨੂੰ ਲਾਸਟ ਆਇਆ ਸੀ ਵੀ ਅਸੀਂ ਤੈਨੂੰ ਵਾਪਸ ਭੇਜਾਂਗੇ। ਉਹ ਆਪਣਾ ਪਾਸਪੋਰਟ ਦਿਆ ਤੇ ਪਾਸਪੋਰਟ ਉਹਦੇ ਕੋਲ ਹੈ ਨਹੀਂ ਸੀ। ਉਹਨੇ ਕਿਹਾ ਜੀ ਮੇਰੇ ਕੋਲ ਤਾਂ ਹੈ ਨਹੀਂ, ਤੇ ਮੈਂ 2 ਵਾਰੀ ਗਿਆ ਇੰਡੀਅਨ ਐਮਬੈਸੀ, ਉਹ ਤਾਂ ਗੱਲ ਨਹੀਂ ਕਰਦੇ। ਉਹ ਕਹਿੰਦੇ ਜਿਹੜੇ ਰਿਫਿਊਜੀ ਅਸਾਲਮ ਵਾਲੇ ਉਹ ਪਲੀਜ਼ ਗੈਟ ਆਊਟ। ਉਹ ਕਹਿੰਦੇ ਮੈਂ 2 ਵਾਰੀ ਟਰਾਈ ਕਰ ਲਈ, ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਾਂ ਹੁਣ। ਉਹ ਕਹਿੰਦੇ ਅੱਛਾ ਅਸੀਂ ਜੇ ਪੇਪਰ ਲੈ ਲਿਓ। ਕਹਿੰਦੇ ਠੀਕ ਹੈ ਜੀ ਤੁਸੀਂ ਲੈ ਲਓ ਪੇਪਰ, ਮੈਨੂੰ ਦੱਸ ਦਿਓ 1 ਮਹੀਨੇ ਦਾ ਮੈਨੂੰ ਟਾਈਮ ਦੇ ਦਿਓ, ਮੈਂ ਆਪਣੀ ਜਿਹੜੀ ਇੱਥੇ ਪ੍ਰੋਪਰਟੀ ਉਹ ਸੇਵ ਕਰ ਲਊਂਗਾ ਤੇ ਤਿਆਰ ਹੈ ਜਾਣ ਨੂੰ। ਤੇ ਉਸ ਤੋਂ ਬਾਅਦ ਕੋਈ ਅਜੇ ਤੱਕ ਰਿਪਲਾਈ ਨਹੀਂ ਸੀ ਤੇ ਹੁਣ ਤੱਕ ਉਹ ਕਰੀ ਜਾਂਦਾ। ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ, 1 ਸਾਲ ਤੋਂ ਬਾਅਦ ਰਿਨਿਊ ਹੋ ਜਾਂਦਾ, ਫਿਰ ਪਰਮਿਟ ਮਿਲਦਾ, ਫਿਰ ਰਿਨਿਊ ਹੋ ਜਾਂਦਾ। ਟੀਵੀ ਸਕਰੀਨ ਤੇ ਜੀ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਿਓ ਜੀ, ਸ਼ੁਕਰੀਆ ਜੀ। ਨੈਕਸਟ ਕਾਲਰ ਜੁੜ ਗਏ ਨੇ, ਇਸ ਤੋਂ ਬਾਅਦ ਅਸੀਂ ਕਾਲਸ ਕੁਝ ਸਮੇਂ ਲਈ ਹੋਲਡ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਬੇਟੀ PR ਆ, ਉਹਨੇ ਆਪਣੇ ਬ੍ਰਦਰ ਵਾਸਤੇ ਟਰਾਈ ਕਰਨਾ ਹੈ, ਉਹਦੇ ਲਈ ਕੀ ਰਿਕੁਆਇਰਮੈਂਟ ਚਾਹੀਦੀ ਹੈ? ਬ੍ਰਦਰ ਲਈ ਕੀ ਅਪਲਾਈ ਕਰਨਾ ਜੀ? ਹਾਂਜੀ ਆਪਣੀ ਮਿਸਟਰ ਜੀ ਦੇ ਵੈਸੇ ਉਹਨੂੰ ਬੁਲਾਉਣਾ ਹੈ, ਜੇ ਬੁਲਾਉਣਾ ਹੋਵੇ ਕੈਨੇਡਾ, ਜਿਹੜੀ PR ਆ ਕੈਨੇਡਾ, ਉਹ ਆਪਣੇ ਭਰਾ ਨੂੰ ਬੁਲਾ ਸਕਦੀ ਕਿ ਨਹੀਂ ਬੁਲਾ ਸਕਦੀ? ਹਾਂਜੀ ਉਹ ਵਿਜ਼ਿਟਰ ਦੇ ਤੌਰ ਤੇ ਆ ਸਕਦੇ ਹੈ ਜੀ, ਅਦਰਵਾਈਜ਼ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਕਿ ਉਹ ਆਪਣੇ ਭਾਈ ਨੂੰ ਬੁਲਾ ਲੇ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਹੁਣ ਕੁਝ ਸਮੇਂ ਲਈ ਅਸੀਂ ਕਾਲਸ ਹੋਲਡ ਕਰਾਂਗੇ। ਸਰਵਰ ਟੀਮ ਨੂੰ ਕਹਿ ਰਹੇ ਹਾਂ ਕੁਝ ਸਮੇਂ ਲਈ ਕਾਲਸ ਹੋਲਡ ਕੀਤੀਆਂ ਜਾਣਗੀਆਂ। ਲਾਸਟ ਕਾਲ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਵਿਨੀਤ ਟੈਕ ਬੋਲ ਰਿਹਾ ਹਾਂ ਜੀ। ਮੇਰਾ ਬੇਟਾ ਸੀ ਕੈਨੇਡੀਅਨ ਸਿਟੀਜ਼ਨ ਹੈ, ਉਹ ਚਲਾ ਗਿਆ ਪਾਕਿਸਤਾਨ ਤੇ ਉੱਥੇ ਜਾ ਕੇ ਉਹ ਕੋਈ ਤਕਰੀਬਨ ਰਿਹਾ, ਉੱਥੇ ਕੋਵਿਡ ਦੀ ਵਜ੍ਹਾ ਦੇ ਨਾਲ ਫਸ ਗਿਆ ਤੇ ਉਹਦੇ ਸ਼ਾਦੀ ਕੀਤੀ ਤੇ ਉਹਦਾ ਇੱਕ ਬੇਟਾ ਵੀ ਹੋ ਗਿਆ ਹੁਣ ਸਾਲ ਦਾ। ਉਹ ਇਸ ਤਰ੍ਹਾਂ ਅਸੀਂ ਉਹਨੂੰ ਉੱਥੋਂ ਸਪਾਊਸਲ ਵੀਜ਼ਾ ਲੈ ਕੇ ਬਾਹਰੋਂ ਇੱਥੋਂ ਅਪਲਾਈ ਕਰ ਸਕਦੇ ਜਾਂ ਉਹ ਅਪਲਾਈ ਕਰੇ ਤੇ ਫਿਰ ਜਾਂ ਉਹਦੀ ਡਾਕ ਅਸੀਂ ਆਪਣੇ ਕੋਲ ਬੁਲਾ ਲਈ? ਉਹ ਕੈਨੇਡੀਅਨ ਸਿਟੀਜ਼ਨ ਹੈ ਜੀ? ਹਾਂਜੀ ਕੈਨੇਡੀਅਨ ਸਿਟੀਜ਼ਨ ਹੈ। ਹਾਂਜੀ ਮੈਂ ਸਕਰੀਨ ਤੇ ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ। ਬ੍ਰੈਂਪਟਨ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਕਹਿ ਰਹੇ ਸੀਗੇ ਕਿ ਨੈਨੀ ਦੀਆਂ ਟੈਂਪਰੇਰੀ ਫਾਈਲ ਨੰਬਰ ਆ ਗਈਆਂ ਨੇ, ਪਰਮਾਨੈਂਟ ਫਾਈਲ ਨੰਬਰਸ ਦਾ ਕੀ ਹੁੰਦਾ ਕੰਮ ਦਾ? ਹਾਂਜੀ ਸੋ ਟੈਂਪਰੇਰੀ ਫਾਈਲ ਨੰਬਰ ਦਾ ਮਤਲਬ ਇਹ ਸੀਗਾ ਕਿ ਤੁਹਾਡੀ ਫਾਈਲ ਕਿਸੇ ਨੇ ਚੁੱਕ ਕੇ ਤੇ ਉਹਨੂੰ ਲਾਈਨ ਦੇ ਵਿੱਚ ਲਾ ਲਿਆ। ਪਰਮਾਨੈਂਟ ਫਾਈਲ ਨੰਬਰ ਤੁਹਾਨੂੰ ਤਾਂ ਹੀ ਆਊਗਾ ਜੀ ਜੇ ਉਹ ਫਾਈਲ ਰੈਗੂਲੇਸ਼ਨ 10 ਦੀ ਰਿਕੁਆਇਰਮੈਂਟ ਨੂੰ ਪੂਰੀ ਕਰਦੀ ਹੈ। ਰੈਗੂਲੇਸ਼ਨ 10 ਕਹਿੰਦਾ ਹੈਗਾ ਐਪਲੀਕੇਸ਼ਨ ਫਾਰਮ ਤੇ ਕੰਟੈਂਟ ਦੇ ਵਿੱਚ ਪੂਰਾ ਹੈਗਾ। ਉਸ ਤੋਂ ਬਾਅਦ ਆਫਿਸਰ ਉਹਨੂੰ ਰਿਵਿਊ ਕਰੂਗਾ। ਜੇ ਆਫਿਸਰ ਪਾਉਂਦਾ ਕਿ ਐਪਲੀਕੇਸ਼ਨ ਪੂਰੀ ਸਹੀ ਹੈਗੀ ਹੈ ਤਾਂ ਫੁੱਲ ਨੰਬਰ ਇਸ਼ੂ ਕਰ ਦਿੱਤਾ ਜਾਊਗਾ। ਜੇ ਉਹ ਪੂਰੀ ਸਹੀ ਨਹੀਂ ਹੈਗੀ ਹੈ, ਕੋਈ ਘਾਟ ਹੈ, ਤਾਂ ਤੁਹਾਨੂੰ ਉਹ ਵਾਪਸ ਕਰ ਦਿੱਤੀ ਜਾਊਗੀ। ਤਾਂ ਇਹ ਨਹੀਂ ਹੈਗਾ ਕਿ ਹੁਣ ਟੈਂਪਰੇਰੀ ਆ ਗਿਆ ਤੋਂ ਬਾਅਦ ਪਰਮਾਨੈਂਟ ਆ ਜਾਣਾ। ਉਹ ਰਿਕੁਆਇਰਮੈਂਟ ਪੂਰੀ ਕਰੂਗੇ, ਉਸ ਤੋਂ ਬਾਅਦ ਹੀ ਉਹਦਾ ਨੰਬਰ ਆਉਣਾ ਹੈ। ਤੇ ਦੂਜਾ ਜਿਹੜੀਆਂ ਪੂਰੀਆਂ ਐਪਲੀਕੇਸ਼ਨਸ ਹੋਣਗੀਆਂ ਉਹ ਪਹਿਲੀਆਂ 1500 ਨੇ ਜੀ, ਉਹਨਾਂ ਦੇ ਫੈਸਲੇ 30 ਜੂਨ ਤੋਂ ਪਹਿਲਾਂ ਹੋ ਜਾਣਗੇ। ਬ੍ਰੈਂਪਟਨ ਤੋਂ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀ ਐਕਸਪ੍ਰੈਸ ਐਂਟਰੀ ਦੇ ਉਹਨਾਂ ਨੇ 23 ਜਨਵਰੀ ਨੂੰ ਸਾਰੀ ਫਾਈਲ ਸਬਮਿਟ ਕਰਵਾ ਦਿੱਤੀ ਸੀ। ਕਿੰਨਾ ਟਾਈਮ ਲੱਗੇਗਾ ਪ੍ਰੋਸੈਸ ਨੂੰ? ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਸੀ ਕਿ ਜਿਹੜੇ ਲੇਟੈਸਟ 90000 ਐਪਲੀਕੇਸ਼ਨਸ ਨੇ ਕਿਹਾ ਜਾ ਰਿਹਾ ਕਿ 6 ਮਈ ਨੂੰ ਹੀ ਫੁੱਲ ਹੋ ਜਾਣਗੀਆਂ। ਜੀ ਬਿਲਕੁਲ, ਜੇ ਉਹਨਾਂ ਨੇ ਜਨਵਰੀ 'ਚ ਕਰੀ ਆ, ਹਾਲੇ ਕਾਫੀ ਇੰਤਜ਼ਾਰ ਹੈ ਜਿਹੜਾ ਉਹਨਾਂ ਨੂੰ ਕਰਨਾ ਪੈਣਾ ਜੀ, ਕਿਉਂਕਿ ਜਿਹੜੀ ਪ੍ਰੋਸੈਸਿੰਗ ਹੈ ਉਹ ਬਹੁਤ ਡਿਲੇਡ ਹੈਗੀ ਹੈ। ਤੋ ਇਸ ਕਰਕੇ ਉਹਨਾਂ ਨੂੰ ਆਪਣਾ ਇੰਤਜ਼ਾਰ ਕਰਨਾ ਚਾਹੀਦਾ।
ਤੇ ਦੂਜਾ ਜੇ ਉਹਨਾਂ ਨੇ ਅਪਲਾਈ ਕਰਤੀ ਆ ਉਹਨਾਂ ਨੂੰ ਐਕਨੋਲਜਮੈਂਟ ਆ ਗਿਆ ਹੋਇਆ ਤਾਂ ਉਹਦਾ ਬ੍ਰਿਜਿੰਗ ਵਰਕ ਪਰਮਿਟ ਅਪਲਾਈ ਕਰ ਲੈਣ ਜੀ ਤੇ ਇੰਤਜ਼ਾਰ ਕਰਨ। ਹਾਲੇ ਕਾਫੀ ਲੰਬਾ ਸਮਾਂ ਜਿਹੜਾ ਉਹ ਲੱਗਣਾ, ਮੇਬੀ ਸਾਲ ਲੱਗੇ, ਮੇਬੀ 1.5 ਸਾਲ ਲੱਗੇ, ਹਾਲੇ ਕਾਫੀ ਟਾਈਮ ਲੱਗਣਾ ਜੀ। 90 ਐਪਲੀਕੇਸ਼ਨਸ ਨੇ 1000 ਦੀਆਂ, ਉਹਦੀ ਗੱਲ ਕਰਾਂਗੇ ਆਪਾਂ ਪ੍ਰੋਗਰਾਮ ਦੇ ਵਿੱਚ। ਹੁਣ ਕੁਝ ਸਮੇਂ ਲਈ ਕਾਲਸ ਹੋਲਡ ਕਰ ਰਹੇ ਹਾਂ ਤਾਂ ਕਿ ਉਹ ਟੌਪਿਕ ਡਿਸਕਸ ਕਰ ਸਕੀਏ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਫਾਰਮ ਵਰਕਰ ਵਾਲੇ ਕਹਿ ਰਹੇ ਸੀ ਕਿ 6 ਮਈ ਨੂੰ ਜਿਹੜੀਆਂ ਐਪਲੀਕੇਸ਼ਨਸ ਨੇ ਵੀ ਅਸੀਂ ਟੌਪਿਕ 'ਚ ਡਿਸਕਸ ਕਰਾਂਗੇ। ਬ੍ਰੈਂਪਟਨ ਤੋਂ ਕਾਲ ਆਈ ਸੀ, ਇਹਨਾਂ ਨੇ ਕਿਹਾ ਸੀ ਡਾਟਰ ਇਨ ਲਾਅ ਲਈ ਜਿਹੜਾ ਉਹਨਾਂ ਨੇ ਅਪਲਾਈ ਕੀਤਾ ਸੀ ਸਪਾਊਸ ਦੇ ਉੱਤੇ, ਤੇ ਉਹ ਪੁੱਛਣਾ ਚਾਹੁੰਦੇ ਨੇ। ਸੋ ਜਿਹੜਾ ਇਹ ਕੇਸ ਦੇ ਵਿੱਚੋਂ ਉਹਨਾਂ ਨੇ ਆਖਿਆ ਕਿ 1.5 ਸਾਲ ਹੋ ਗਿਆ ਜੀ। ਸੋ ਮੈਜੋਰਿਟੀ ਇਹ ਜਿਹੜੇ ਉਹ ਕੇਸਿਸ ਨੇ ਜਿਨ੍ਹਾਂ ਦੇ ਵਿੱਚੋਂ ਇੰਟਰਵਿਊ ਰਿਕੁਆਇਰਡ ਹੈਗੀ ਹੈ, ਜਿੱਥੇ ਆਫਿਸਰ ਨੇ ਰਿਵਿਊ ਕਰਕੇ ਫਾਈਲ ਦੇਖਿਆ ਤੇ ਉਹਨੇ ਦੇਖਿਆ ਕਿ ਇੰਟਰਵਿਊ ਰਿਕੁਆਇਰਡ ਹੈ। ਜੇ ਇੰਟਰਵਿਊ ਰਿਕੁਆਇਰਡ ਹੈਗੀ ਹੈ ਤੇ ਜਦ ਤੱਕ ਇੰਟਰਵਿਊ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕੇਸ ਪ੍ਰੋਸੈਸ ਨਹੀਂ ਹੋ ਜਾਂਦਾ। ਤੇ ਦੂਜਾ ਜਿਹੜੀਆਂ ਇੰਟਰਵਿਊ ਨੇ ਉਹ ਇਨ ਪਰਸਨ ਨੇ, ਇਨ ਪਰਸਨ ਹਾਲੇ ਕੋਈ ਇੰਟਰਵਿਊਜ਼ ਨਹੀਂ ਹੋ ਰਹੀਆਂ ਤੇ ਨਾ ਹੀ ਹਾਲੇ ਤੱਕ ਇਹੋ ਜਿਹਾ ਕੋਈ ਪ੍ਰੋਵੀਜ਼ਨ ਬਣਾਇਆ ਗਿਆ ਕਿ ਜਿੱਥੇ ਰਿਮੋਟਲੀ ਉਹਨੂੰ ਇੰਟਰਵਿਊ ਕਰ ਲਿਆ ਜਾਵੇ, ਕਿਉਂਕਿ ਹੀਅਰਿੰਗ ਪ੍ਰੋਸੈਸ ਦੇ ਵਿੱਚੋਂ ਤਾਂ ਹੁਣ ਮੈਜੋਰਿਟੀ ਜਿਹੜੀਆਂ ਹੀਅਰਿੰਗਸ ਨੇ ਉਹ ਸਾਰੀਆਂ ਰਿਮੋਟਲੀ ਹੁੰਦੀਆਂ ਨੇ, ਜਿੱਥੇ ਜੱਜ ਵੀ ਸਕਰੀਨ ਤੇ ਹੁੰਦਾ, ਬਾਕੀ ਲੋਕ ਵੀ ਸਕਰੀਨ ਤੇ ਹੁੰਦੇ ਨੇ। ਸੋ ਜੇ ਇਹਦੇ ਲਈ ਵੀ ਜਿਹੜੀਆਂ ਸਪਾਊਸਲ ਇੰਟਰਵਿਊਜ਼ ਨੇ ਉਹਦੇ ਲਈ ਵੀ ਇਹ ਪ੍ਰੋਵੀਜ਼ਨ ਬਣਾ ਲਿਆ ਜਾਵੇ ਕਿ ਉਹਨਾਂ ਨੂੰ ਵੀ ਰਿਮੋਟਲੀ ਜਿਹੜਾ ਇੰਟਰਵਿਊ ਕਰ ਲਿਆ ਜਾਵੇ, ਹਾਂਜੀ, ਤਾਂ ਉਹ ਫਰਕ ਪਊਗਾ ਉਸ ਗੱਲ ਦੇ ਉੱਤੇ। ਇਸ ਰੋਲ ਨੂੰ ਉਠਾਉਣ ਲਈ ਤੁਹਾਡਾ MP ਜ਼ਰੂਰ ਕਾਰਗਰ ਹੋ ਸਕਦਾ ਹੈ। ਤੁਹਾਡੇ MP ਕੋਲੇ ਤੁਸੀਂ ਜਾਓ, ਉਹਨੂੰ ਕਹੋ ਕਿ ਤੁਸੀਂ ਜੀ ਪਾਰਲੀਮੈਂਟ 'ਚ ਆਵਾਜ਼ ਉਠਾਓ ਇਸ ਗੱਲ ਦੀ ਕਿ ਹੁਣ ਜਿਹੜੇ ਕੇਸਿਸ ਦੇ ਉੱਤੇ ਆਫਿਸਰ ਲਿਖ ਦਿੰਦਾ ਇੰਟਰਵਿਊ ਰਿਕੁਆਇਰਡ, ਤੇ ਉਹ ਇੰਟਰਵਿਊ ਕਦੋਂ ਹੋਣੀ ਹੈ। ਤਾਂ ਜੇ ਹੁਣ ਬਾਕੀ ਸਾਰਾ ਕੁਝ ਰਿਮੋਟਲੀ ਹੋ ਰਿਹਾ ਹੈ, ਤੁਹਾਡੇ ਅਵੇ ਫਰੋਮ ਵਰਕ ਹੋ ਰਿਹਾ ਹੈਗਾ, ਵਰਕ ਫਰੋਮ ਹੋਮ ਹੋ ਰਿਹਾ, ਤਾਂ ਬਾਕੀਆਂ ਲੋਕਾਂ ਲਈ ਵੀ ਇਹ ਪ੍ਰੋਵੀਜ਼ਨ ਹੋ ਜਾਏ, ਉਹਨਾਂ ਦੀ ਇੰਟਰਵਿਊ ਵੀ ਹੋ ਜਾਣ। ਸੋ ਇਸ ਲਈ ਆਪਣੇ MP ਨੂੰ ਕਹੋ ਕਿ ਉਹ ਪਾਰਲੀਮੈਂਟ 'ਚ ਆਵਾਜ਼ ਉਠਾਵੇ, ਮਿਨਿਸਟਰ ਆਫ ਇਮੀਗ੍ਰੇਸ਼ਨ ਤੱਕ ਇਹ ਪਹੁੰਚਾਵੇ ਕਿ ਉਹਦੇ ਕਨਸਟੀਟੂਐਂਸੀ ਦੀ ਇਹ ਆਵਾਜ਼ ਹੈ। ਤਾਂ ਇਹ ਕੰਮ MP ਦਾ ਹੈਗਾ, ਜਿੱਥੇ ਤੁਹਾਨੂੰ ਕੋਈ ਦਰਦ ਹੈ ਤਾਂ ਉਹ ਪਾਰਲੀਮੈਂਟ 'ਚ ਉਠਾਵੇ, ਕਿਉਂਕਿ ਇਹ ਬਹੁਤ ਅਨਰੀਜ਼ਨੇਬਲ ਹੋ ਰਿਹਾ ਤਰਨ। ਆਫਿਸਰ ਨੇ ਨੋਟੇਸ਼ਨ ਕਰਤਾ ਕਿ ਇੰਟਰਵਿਊ ਰਿਕੁਆਇਰਡ ਹੈ, ਇੰਟਰਵਿਊ ਕਦੋਂ ਹੋਣੀ ਹੈ? ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਹਾਲ ਤੱਕ ਤਾਂ ਕੋਈ ਇੰਟਰਵਿਊ ਹੋਈ ਨਹੀਂ। ਹੁਣ ਅਗਲੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਨੂੰ ਪਤਾ ਨਹੀਂ ਕਦੋਂ ਇੰਟਰਵਿਊ ਹੋਣੀ ਹੈ। ਇੰਡੀਆ 'ਚ ਤਾਂ ਪੈਂਡੇਮਿਕ ਹੋਰ ਵੀ ਵੱਧ ਗਿਆ ਜੀ, ਤੇ ਉੱਥੇ ਇਸ ਲਈ ਰਿਮੋਟਲੀ ਜੇ ਉਹਨਾਂ ਦੀ ਇੰਟਰਵਿਊ ਕਰ ਲਈ ਜਾਣ ਤਾਂ ਉਹ ਕੇਸਿਸ ਨੇ ਉਹਨਾਂ ਨੂੰ ਵੀ ਇੱਥੇ ਪਹੁੰਚਾਇਆ ਜਾਵੇ। ਹੁਣ ਕੈਨੇਡੀਅਨ ਸਿਟੀਜ਼ਨ ਹੈ ਜੀ, ਉਹ ਵੋਟ ਪਾਉਣ ਦਾ ਅਧਿਕਾਰ ਹੈ ਉਹਨੂੰ, ਤੇ ਉਹਦੀ ਵੋਟ ਸਿਕਿਉਰ ਕਰਨ ਲਈ ਜ਼ਰੂਰ MP ਉਹਦਾ ਕੰਮ ਕਰੂਗਾ, ਕਿਉਂਕਿ ਉਹ ਮਸਲਾ ਚੱਕਿਆ ਜਾਊਗਾ ਤੇ ਸਰਕਾਰ ਵੀ ਨੇ ਵੀ ਵੋਟ ਲੈਣੀ, ਉਹ ਮਸਲਾ ਜ਼ਰੂਰ ਸਮਝਾਊਗਾ। ਤੇ ਜੋ ਰਿਮੋਟਲੀ ਹੋ ਜਾਂਦਾ ਇਹਨਾਂ ਕੇਸਿਸ ਦੇ ਵਿੱਚ ਹੋਊਗਾ। ਇਹ ਤੋਂ ਬਦਲਾਅ ਇਹਦਾ ਕੋਈ ਹੱਲ ਨਹੀਂ। ਜੇ ਉਹਨੇ ਨੋਟੇਸ਼ਨ ਕਰਤਾ ਇੰਟਰਵਿਊ ਰਿਕੁਆਇਰਡ, ਹੁਣ ਇੰਟਰਵਿਊ ਹੋਣੀ ਹੈ, ਉਹ ਕਿਸ ਤਰੀਕੇ ਨਾਲ ਲੈਂਦੇ ਨੇ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ। ਉਸ ਤੋਂ ਬਾਅਦ ਐਡਮਿੰਟਨ ਤੋਂ ਕਾਲ ਆਈ ਸੀ, ਇਹਨਾਂ ਨੇ ਆਪਣੇ ਬੇਟੇ ਦਾ ਕਾਫੀ ਡਿਸਕਸ ਕੀਤਾ ਸੀ ਕਿ ਰਿਫਿਊਜੀ 2 ਵਾਰ ਰਿਜੈਕਟ ਹੋ ਚੁੱਕਿਆ ਤੇ ਡਿਪੋਰਟੇਸ਼ਨ ਦੇ ਆਰਡਰਸ ਆਏ ਸੀ। ਜੀ ਬਿਲਕੁਲ, ਹਾਂ। ਸੋ ਮੈਂ ਦੱਸਣਾ ਚਾਹੁੰਦਾ, ਆਪਾਂ ਇਹ ਪ੍ਰੋਗਰਾਮ ਤੋਂ ਪਹਿਲਾਂ ਵੀ ਡਿਸਕਸ਼ਨ ਹੈ ਜਿਹੜਾ ਕਰ ਰਹੇ ਸੀ, ਜਿਹੜਾ ਪ੍ਰੋਜੈਕਟ ਹੈਗਾ, ਪਾਇਲਟ ਪ੍ਰੋਜੈਕਟ ਹੈ, ਇਹਦੇ ਵਿੱਚ ਉਹ ਵਰਡ ਹੈਗਾ ਆਥੋਰਾਈਜੇਸ਼ਨ ਹੋਣਾ ਚਾਹੀਦਾ, ਤੁਸੀਂ ਐਡਮਿਸਿਬਲ ਹੋਣੇ ਚਾਹੀਦੇ। ਵਰਡ ਹੈਗਾ ਐਡਮਿਸਿਬਲ। ਜਿਹੜੇ ਰੈਫਿਊਜੀ ਕਲੇਮੈਂਟ ਨੇ ਉਹ ਇਨਐਡਮਿਸਿਬਲ ਹੁੰਦੇ ਨੇ ਕੈਨੇਡਾ ਨੂੰ। ਇਨਐਡਮਿਸਿਬਲ ਕਿਵੇਂ ਹੁੰਦੇ ਨੇ? ਜਦੋਂ ਵੀ ਕੋਈ ਇੰਡੀਵਿਜੂਅਲ ਹੈ ਜਿਹੜਾ ਉਹ ਰੈਫਿਊਜੀ ਕਲੇਮ ਕਰਦਾ ਹੈ, ਉਸੇ ਸਮੇਂ ਉਹਨੂੰ ਇੱਕ ਰਿਮੂਵਲ ਆਰਡਰ ਇਸ਼ੂ ਕਰ ਦਿੱਤਾ ਜਾਂਦਾ ਹੈ, ਦੇਸ਼ ਨਿਕਾਲੇ ਦਾ ਹੁਕਮ ਹੁੰਦਾ ਹੈ। ਉਹ ਦੇਸ਼ ਨਿਕਾਲੇ ਦਾ ਹੁਕਮ ਹੈ ਜਿਹੜਾ ਉਹ ਅਨਇਨਫੋਰਸੇਬਲ ਹੁੰਦਾ, ਉਹ ਨਾ ਕਾਰਗਰ ਹੁੰਦਾ ਹੈ ਉਦੋਂ ਤੱਕ ਜਦੋਂ ਤੱਕ ਉਹਦੇ ਕੇਸ ਤੇ ਫੈਸਲਾ ਨਹੀਂ ਹੋ ਜਾਂਦਾ। ਹੁਣ ਇਹਨਾਂ ਦੇ ਕੇਸ ਦੇ ਵਿੱਚ ਉਹ ਕੇਸ ਤੇ ਫੈਸਲਾ ਹੋ ਗਿਆ, ਉਹਨੂੰ ਰਿਫਿਊਜ਼ ਕਰਤਾ। ਹੁਣ ਉਹ ਰਿਮੂਵਲ ਆਰਡਰ ਹੈ, ਉਹ ਇਨਫੋਰਸੇਬਲ ਹੈ, ਉਹ ਕਾਰਗਰ ਹੈ, ਉਹ ਲਾਗੂ ਕੀਤਾ ਜਾ ਸਕਦਾ ਹੈ। ਹੁਣ ਜੇ ਕੋਈ ਬੰਦਾ ਇਨਫੋਰਸੇਬਲ ਰਿਮੂਵਲ ਆਰਡਰ ਦੇ ਥੱਲੇ ਆ, ਉਹ ਕੈਨੇਡਾ ਨੂੰ ਇਨਐਡਮਿਸਿਬਲ ਹੈ। ਜੇ ਉਹ ਇਨਐਡਮਿਸਿਬਲ ਹੈ, ਉਹ ਇਹ ਪ੍ਰੋਗਰਾਮ 'ਚ ਫਾਈਲ ਨਹੀਂ ਕਰ ਸਕਦਾ ਜੀ। ਇਹਨਾਂ ਕੋਲ ਵੈਸੇ ਹੋਰ ਆਪਸ਼ਨ ਹੋ ਸਕਦੀ ਹੈ ਜੇ ਤੁਹਾਡੇ ਨਾਲ ਕੰਟੈਕਟ ਕਰਨ ਨੇ? ਹਾਂ ਜੀ ਬਿਲਕੁਲ, ਜਿਵੇਂ ਉਹਨਾਂ ਨੇ ਦੱਸਿਆ ਹੈਗਾ ਕਿ ਉਹ ਲਗਾਤਾਰ ਕੰਮ ਕਰਦੇ ਆ ਰਹੇ ਨੇ ਤੇ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੀ ਹੈਗੀ ਹੈ, ਵਰਕ ਪਰਮਿਟ ਉਹਨਾਂ ਨੂੰ ਮਿਲ ਸਕਦਾ ਹੈ, ਮਿਲ ਰਿਹਾ ਹੈ ਰਾਦਰ, ਤਾਂ ਉਹ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨਸ 'ਤੇ ਆਪਣੀ ਐਪਲੀਕੇਸ਼ਨ ਕਰ ਸਕਦੇ ਨੇ। ਜਿਵੇਂ ਉਹਨੇ ਦੱਸਿਆ ਕਿ ਉਹਨਾਂ ਦਾ ਸਨ ਹੈ ਤਾਂ ਮਤਲਬ ਮਾਂ ਪਿਓ ਵੀ ਇੱਥੇ ਨੇ, ਹੋਰ ਪਰਿਵਾਰ ਵੀ ਇੱਥੇ ਹੋਊਗਾ। ਉਹ ਲਗਾਤਾਰ 2001 ਤੋਂ ਕੰਮ ਕਰਦੇ ਆ ਰਹੇ ਨੇ, 21 ਸਾਲ ਦਾ ਸਮਾਂ ਹੋ ਚੁੱਕਿਆ ਜੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਕੰਮ ਕਰਦੇ ਨੂੰ। ਸੋ ਉਹਨਾਂ ਨੇ ਇਕਨੋਮੀ ਨੂੰ ਕੰਟਰੀਬਿਊਟ ਕੀਤਾ ਤੇ ਦੂਜਾ ਉਹਨਾਂ ਨੂੰ ਬਾਹਰ ਕੱਢਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਕੋਲ ਪਾਸਪੋਰਟ ਨਹੀਂ। ਸੋ ਇਹ ਚੰਗਾ ਕੇਸ ਹੈਗਾ ਹਿਊਮੈਨਿਟੇਰੀਅਨ ਕੰਪੈਸ਼ਨ ਕੇਸ ਤੇ ਅਪਲਾਈ ਕਰਨਾ ਜੀ। ਨੈਕਸਟ ਸੀ ਵਿਨੀਪੈਗ ਤੋਂ ਕਾਲ ਆਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਬੇਟਾ ਪਾਕਿਸਤਾਨ ਚਲਾ ਗਿਆ ਸੀ, ਉਹਦੇ ਬਾਰੇ ਉਹ ਜਾਣਨਾ ਚਾਹੁੰਦੇ ਜੀ। ਬਿਲਕੁਲ, ਤਾਂ ਉਹਨਾਂ ਨੇ ਨਾਲ ਇਹ ਵੀ ਕਨਫਰਮ ਕੀਤਾ ਸੀ ਉਹ ਕੈਨੇਡੀਅਨ ਸਿਟੀਜ਼ਨ ਹੈਗਾ। ਸੋ ਜਿਹੜਾ ਕੈਨੇਡੀਅਨ ਸਿਟੀਜ਼ਨ ਹੁੰਦਾ, ਜੇ ਉਹਦਾ ਬੱਚਾ ਕੈਨੇਡਾ ਤੋਂ ਬਾਹਰ ਪੈਦਾ ਹੁੰਦਾ ਤਾਂ ਉਹਨੂੰ ਕੋਈ ਇਮੀਗ੍ਰੇਸ਼ਨ ਐਪਲੀਕੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਤਾਂ ਬੱਚੇ ਨੂੰ ਕੈਨੇਡੀਅਨ ਜਿਹੜੀ ਸਿਟੀਜ਼ਨਸ਼ਿਪ ਉਹ ਮਿਲ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਉਸ ਜਿਹੜਾ ਬੱਚਾ ਹੈਗਾ
ਉਹਦੇ ਕੈਨੇਡੀਅਨ ਸਿਟੀਜ਼ਨਸ਼ਿਪ ਸਰਟੀਫਿਕੇਟ ਲਈ ਅਪਲਾਈ ਕਰਨਾ ਹੈਗਾ। ਉਹ ਕੈਨੇਡਾ ਦੇ ਵਿੱਚ ਹੀ ਹੋਣਾ ਹੈਗਾ ਜੀ। ਜਦੋਂ ਉਹਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਸਰਟੀਫਿਕੇਟ ਮਿਲ ਗਿਆ ਉਸ ਤੋਂ ਬਾਅਦ ਉਹਨੂੰ ਕੈਨੇਡੀਅਨ ਪਾਸਪੋਰਟ ਉੱਥੇ ਹੀ ਮਿਲ ਜਾਣਾ, ਪਾਕਿਸਤਾਨ ਦੇ ਵਿੱਚ ਬੈਠੇ ਨੂੰ ਮਿਲ ਜਾਣਾ। ਇਹ ਤਾਂ ਹੋ ਗਿਆ ਬੱਚੇ ਦੇ ਦਾਇਰੇ ਦੇ ਵਿੱਚੋਂ। ਤੇ ਦੂਜਾ ਜਿਹੜੇ ਉਹਦਾ ਵਿਆਹ ਹੋ ਗਿਆ, ਉਹਦੀ ਸਪਾਊਸ ਹੈਗੀ ਹੈ, ਕੈਨੇਡੀਅਨ ਸਿਟੀਜ਼ਨਸ ਨੂੰ ਇਹ ਛੋਟ ਹੈਗੀ ਹੈ ਕਿ ਉਹ ਕੈਨੇਡਾ ਚੋਂ ਬਾਹਰੋਂ ਵੀ ਆਪਣੀ ਐਪਲੀਕੇਸ਼ਨ ਸਪਾਊਸ ਲਈ ਲਾ ਸਕਦੇ ਨੇ। ਪਰਮਾਨੈਂਟ ਰੈਜ਼ੀਡੈਂਟ ਲਈ ਇਹ ਜ਼ਰੂਰਤ ਹੈ ਕਿ ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੋਣ ਤਾਂ ਹੀ ਉਹ ਐਪਲੀਕੇਸ਼ਨ ਕਰ ਸਕਦੇ ਨੇ। ਤੇ ਸਿਟੀਜ਼ਨਸ ਲਈ ਇਹ ਛੋਟ ਹੈ। ਸੋ ਉਹ ਉੱਥੇ ਬੈਠ ਕੇ ਵੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਕਰ ਸਕਦੇ ਨੇ। ਮੈਂ ਕਹੂੰਗਾ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ ਜੀ, ਤੇ ਉਹਨਾਂ ਦੀ ਅੱਗੇ ਮਦਦ ਹੋ ਸਕਦੀ ਹੈ। ਉਹਨਾਂ ਦੇ ਜਿਹੜਾ ਗ੍ਰੈਂਡ ਚਾਈਲਡ ਆ ਉਹਦੀ ਸਿਟੀਜ਼ਨਸ਼ਿਪ ਲਈ ਵੀ, ਤੇ ਉਹਨਾਂ ਦੀ ਡਾਟਰ ਇਨ ਲਾ ਦੀ ਇਮੀਗ੍ਰੇਸ਼ਨ ਲਈ ਵੀ। ਹੁਣ ਜਿਹੜਾ ਪਹਿਲਾਂ ਕਾਲਰ ਆਏ ਸੀ ਜਿਹਨੇ ਦੱਸਿਆ ਕਿ ਉਹਨਾਂ ਦਾ ਸਨ ਹੈ ਜਿਹੜਾ ਉਹ ਪਰਮਾਨੈਂਟ ਰੈਜ਼ੀਡੈਂਟ ਆ, ਉੱਥੇ ਹੀ ਬੈਠਾ ਤੇ ਇੰਟਰਵਿਊ ਹੋ ਰਹੀ ਹੈ, ਉਹ ਕੇਸ ਦੇ ਵਿੱਚ ਉਹਨੂੰ ਛੋਟ ਨਹੀਂ ਹੈਗੀ ਹੈ ਕਿਉਂਕਿ ਉਹ ਪੀਆਰ ਨਹੀਂ, ਉਹ ਪੀਆਰ ਹੈ। ਤੇ ਦੂਜਾ ਉਹਨੇ ਰੈਜ਼ੀਡੈਂਸੀ ਆਬਲੀਗੇਸ਼ਨ ਵੀ ਪੂਰੀ ਕਰਨੀ ਹੈ। ਹੁਣ ਜੇ ਉਹ ਸਮਾਂ ਬਾਹਰ ਗੁਜ਼ਾਰੀ ਜਾ ਰਿਹਾ ਹੈ ਤੇ ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਨਹੀਂ, ਉਹ ਰੈਜ਼ੀਡੈਂਸੀ ਆਬਲੀਗੇਸ਼ਨ ਵੀ ਪੂਰੀ ਨਹੀਂ ਕਰੂਗਾ। ਹੁਣ ਜੇ ਰੈਜ਼ੀਡੈਂਸੀ ਆਬਲੀਗੇਸ਼ਨ ਪੂਰੀ ਨਹੀਂ ਕਰ ਰਿਹਾ, ਉਧਰੋਂ ਉਹਦੀ ਇੰਟਰਵਿਊ ਆ ਜਾਂਦੀ ਹੈ ਤਾਂ ਉਹਨਾਂ ਨੇ ਕੈਲਕੂਲੇਸ਼ਨ ਕਰਕੇ ਦੇਖਿਆ ਤਾਂ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੀ ਨਹੀਂ ਸੀ, ਉਹਦਾ ਕੇਸ ਤਾਂ ਵੀ ਰਿਫਿਊਜ਼ ਹੋ ਜਾਊਗਾ ਕਿਉਂਕਿ ਉਹ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਸੀ, ਉਹਨੇ ਰੈਜ਼ੀਡੈਂਸੀ ਪੂਰੀ ਨਹੀਂ ਕੀਤੀ। ਉਸ ਕੇਸ ਦੇ ਵਿੱਚ ਹੋਰ ਵੀ ਕੰਪਲਿਕੇਸ਼ਨਸ ਨੇ ਜਿਹੜੀਆਂ ਉਹ ਵੱਧ ਜਾਣਗੀਆਂ। ਬਿਲਕੁਲ ਸਰ, ਆਪਾਂ ਹੁਣ ਆਪਣੇ ਪਾਇਲਟ ਪ੍ਰੋਜੈਕਟ ਦੀ ਗੱਲ ਕਰੀਏ। 90,000 ਐਪਲੀਕੇਸ਼ਨਸ ਦਾ ਜਿਹੜਾ ਸਰਪ੍ਰਾਈਜ਼ ਦਿੱਤਾ, ਇਹਦੇ ਬਾਰੇ ਗੱਲ ਕਰਦੇ ਹਾਂ। ਕਿੰਨਾ ਨੂੰ ਇਨਵੀਟੇਸ਼ਨਸ ਇਹਦੇ ਵਿੱਚ ਮਿਲੇ ਨੇ? ਸੋ ਸਭ ਤੋਂ ਪਹਿਲਾਂ ਤਾਂ ਜੋ ਕਾਲਰ ਦਾ ਖਦਸ਼ਾ ਸੀ ਕਿ 90,000 ਐਪਲੀਕੇਸ਼ਨਸ ਉਸੇ ਦਿਨ ਭਰ ਜਾਣਗੀਆਂ, ਇਹ ਬਿਲਕੁਲ ਨਹੀਂ ਹੋਊਗਾ ਜੀ। ਉਹਦਾ ਰੀਜ਼ਨ ਹੈ ਕਿ 90,000 ਲੋਕ ਸਿੱਧੇ ਤੌਰ ਤੇ ਪਹਿਲਾਂ ਤਾਂ ਐਲੀਜੀਬਲ ਨਹੀਂ ਹੈਗੇ। ਹਾਂ, ਜਿਹੜੇ ਸਟੂਡੈਂਟ ਵਾਲਾ 40,000 ਵਾਲਾ ਸੈਕਸ਼ਨ ਹੈ, ਹਾਂ ਉਹ ਸ਼ਾਇਦ ਭਰ ਜਾਣਗੀਆਂ, ਉਹ ਭਰ ਸਕਦੀਆਂ ਨੇ, ਉਹਦੇ ਚ ਪੋਸਿਬਿਲਿਟੀ ਹੋ ਸਕਦੀ ਹੈ। ਪਰ ਜਿਹੜੀਆਂ 20,000 ਐਪਲੀਕੇਸ਼ਨ ਹੈਲਥ ਕੇਅਰ ਲਈ, 30,000 ਐਪਲੀਕੇਸ਼ਨਸ ਵਰਕਰਸ ਲਈ, ਉਹਨਾਂ ਦੇ ਵਿੱਚੋਂ ਘੱਟ ਚਾਂਸਸ ਨੇ ਕਿ ਉਹ ਪਹਿਲੇ ਦਿਨ ਭਰ ਜਾਣਗੇ। ਜਿਹੜੇ ਸਭ ਤੋਂ ਪਹਿਲਾਂ ਤਾਂ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਵੇਂ ਇਹਨੂੰ ਪ੍ਰਚਾਰਿਆ ਜਾ ਰਿਹਾ, ਇੱਕ ਪਾਇਲਟ ਪ੍ਰੋਜੈਕਟ ਹੈਗਾ। ਮਿਨਿਸਟਰ ਆਫ ਇਮੀਗ੍ਰੇਸ਼ਨ ਕੋਲ ਸੈਕਸ਼ਨ 25(2) ਦੇ ਥੱਲੇ ਇੱਕ ਸਪੈਸ਼ਲ ਅਧਿਕਾਰ ਹੈ। ਉਹ ਅਧਿਕਾਰ ਹੈਗਾ ਪਬਲਿਕ ਪਾਲਿਸੀ ਬਣਾਉਣ ਦਾ ਇਨ ਪਬਲਿਕ ਇੰਟਰਸਟ। ਉਹ ਪਬਲਿਕ ਪਾਲਿਸੀ ਬਣਾ ਸਕਦਾ ਹੈ ਇਮੀਗ੍ਰੇਸ਼ਨ ਦੀਆਂ ਕੰਡੀਸ਼ਨਸ ਤੋਂ ਐਗਜ਼ੈਂਪਟ ਕਰਨ ਲਈ, ਜਾਂ ਉਹ ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਲਈ ਜਿਹੜੇ ਇਮੀਗ੍ਰੇਸ਼ਨ ਲਈ ਕੁਆਲੀਫਾਈ ਨਹੀਂ ਕਰਦੇ ਹੈਗੇ। ਇਸ ਲਈ ਇਹ ਪਬਲਿਕ ਪਾਲਿਸੀ ਬਣਾਈ ਗਈ ਹੈ ਤੇ ਇਹਦੀ ਉਮਰ ਵੀ ਰੱਖੀ ਗਈ ਹੈ, ਉਹ ਤੋਂ ਵੱਧ ਇਹ ਨਹੀਂ ਹੋ ਸਕਦੀ ਹੈਗੀ ਹੈ। ਸੋ ਉਹ ਜਿਹੜੀ ਪਬਲਿਕ ਪਾਲਿਸੀ ਹੈ ਉਹਦੇ ਤਹਿਤ ਮਿਨਿਸਟਰ ਨੇ ਤਰਕ ਦਿੱਤਾ, ਆਰਗੂਮੈਂਟ ਦਿੱਤਾ ਕਿ ਉਹ ਜਿਹੜੇ ਲੋਕਾਂ ਨੇ ਇੱਥੇ ਕੈਨੇਡਾ ਦੇ ਵਿੱਚੋਂ ਇਸ ਪੈਂਡੇਮਿਕ ਦੇ ਦੌਰਾਨ ਕੰਟਰੀਬਿਊਸ਼ਨ ਕੀਤਾ ਹੈਗਾ, ਕਿਉਂਕਿ ਉਹ ਆਲਰੇਡੀ ਇੱਥੇ ਕੰਮ ਕਰ ਰਹੇ ਨੇ, ਉਹ ਆਲਰੇਡੀ ਇੱਥੇ ਪੜੇ ਹੋਏ ਨੇ, ਉਹ ਆਲਰੇਡੀ ਕੰਟਰੀਬਿਊਟ ਕਰ ਚੁੱਕੇ ਨੇ, ਤਾਂ ਉਹ ਕਿਉਂਕਿ ਬਾਹਰੋਂ ਲੋਕਾਂ ਨੂੰ ਬੁਲਾ ਨਹੀਂ ਸਕਦੇ, ਇਸ ਲਈ ਉਹਨਾਂ ਨੂੰ ਇੱਥੇ ਪੱਕਿਆਂ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਵੇ। ਦੂਜੀਆਂ ਇਹ 90,000 ਲੋਕ ਨਹੀਂ ਹੈਗੇ ਤਰਨ, ਇਹ 90,000 ਐਪਲੀਕੇਸ਼ਨਸ ਨੇ। 90,000 ਐਪਲੀਕੇਸ਼ਨ ਦੇ ਵਿੱਚੋਂ ਜੇ ਇੱਕ ਐਪਲੀਕੈਂਟ ਹੈ ਉਹ ਵਿਆਹਿਆ ਹੈ ਤਾਂ ਇੱਕ 'ਚ 2 ਜਾਣੇ ਹੋ ਗਏ ਜੀ, ਉਹਦੇ 2 ਬੱਚੇ ਨੇ ਤਾਂ ਇੱਕ 'ਚ 4 ਜਾਣੇ ਹੋ ਗਏ। 90,000 ਐਪਲੀਕੇਸ਼ਨ ਦਾ ਮਤਲਬ ਪਹਿਲਾਂ 90,000 ਲੋਕ ਨਹੀਂ ਹੈਗਾ, 90,000 ਐਪਲੀਕੇਸ਼ਨ ਦਾ ਮਤਲਬ 250,000 ਲੋਕ ਵੀ ਹੋ ਸਕਦਾ ਹੈਗਾ, ਤਾਂ ਹੀ 4 ਲੱਖ ਪੂਰੀਆਂ ਹੋਣਗੀਆਂ ਨਾ ਜੀ। ਤੇ ਉਸ ਤੋਂ ਬਾਅਦ ਇਹ 90,000 ਦੇ 90,000 ਐਪਲੀਕੇਸ਼ਨ ਨੇ ਸਕਸੈਸ ਵੀ ਨਹੀਂ ਹੋ ਜਾਣਾ, ਇਹ ਤਾਂ ਪੋਸਿਬਿਲਿਟੀ ਨਹੀਂ ਹੁੰਦੀ ਨਾ ਜੀ। ਇਮੀਗ੍ਰੇਸ਼ਨ ਦਾ ਆਪਦਾ ਡਾਟਾ ਕਹਿੰਦਾ ਜਿੰਨੇ ਲੋਕ ਅਪਲਾਈ ਕਰਦੇ ਨੇ ਜਾਂ ਇਨਵਾਈਟ ਪਹੁੰਚਦਾ, ਕਿਉਂਕਿ 70% ਹੀ ਲੋਕ ਕੁਆਲੀਫਾਈ ਕਰਦੇ ਹੁੰਦੇ। ਸਰ, ਇੱਕ ਮਿੰਟ ਮੈਂ ਦਰਸ਼ਕਾਂ ਨੂੰ ਜ਼ਰੂਰ ਕਰਦਾ, ਇਸ ਵਕਤ ਲਗਾਤਾਰ ਕਾਲਸ ਆ ਰਹੀਆਂ ਨੇ, ਅਸੀਂ ਮੁਆਫੀ ਚਾਹਾਂਗੇ ਕੁਝ ਸਮੇਂ ਲਈ। ਪਲੀਜ਼ ਕਾਲਸ ਤੁਸੀਂ 5 ਮਿੰਟ ਬਾਅਦ ਰੋਕ ਕੇ ਕਰ ਲਿਓ, ਕਿਉਂਕਿ ਬਹੁਤ ਇੰਪੋਰਟੈਂਟ ਇਸ ਵਕਤ ਡਿਸਕਸ਼ਨ ਹੋ ਰਹੀ ਹੈ। ਬਹੁਤਿਆਂ ਦਾ ਕੰਸਰਨ ਇਸ ਜਿਹੜਾ ਨਵਾਂ ਪ੍ਰੋਗਰਾਮ ਉਹਦੇ ਨਾਲ ਰੈਲੀਵੈਂਟ ਹੀ ਹੈਗਾ, ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਸੋ 5 ਮਿੰਟ ਬਾਅਦ ਪਲੀਜ਼ ਤੁਸੀਂ ਕਾਲਸ ਕਰਿਓ, ਤਦ ਤੱਕ ਲਈ ਸਾਰੀਆਂ ਕਾਲਸ ਜਿਹੜੀਆਂ ਅਸੀਂ ਹੋਲਡ ਕਰ ਰਹੇ ਹਾਂ ਜੀ ਸਰ। ਸੋ ਜਿਹੜੀ ਸਭ ਤੋਂ ਪਹਿਲੀ ਕੈਟਾਗਰੀ ਹੈਗਾ ਜਿਹੜੇ ਹੈਲਥ ਕੇਅਰ ਵਰਕਰਸ ਨੇ, ਜਿਹ 'ਚ ਡਾਕਟਰਸ ਨੇ, ਡੈਂਟਿਸਟ ਨੇ, ਫਾਰਮਾਸਿਸਟ ਨੇ, ਨਰਸਿਸ ਨੇ, ਉਹਦੇ ਵਿੱਚੋਂ ਜਿਹੜੇ ਉਹ ਇੰਡੀਵਿਜੂਅਲਸ ਨੇ ਉਹਨਾਂ ਦਾ ਨੰਬਰ ਇੰਨਾ ਨਹੀਂ ਹੋਊਗਾ। ਤੇ ਦੂਜਾ ਜਿਹੜੇ ਉਹਦੇ 'ਚ ਹੋਮ ਕੇਅਰ ਵਰਕਰਸ ਨੇ, ਹਾਂਜੀ ਏਡਸ ਨੇ, ਉਹਨਾਂ ਦਾ ਨੰਬਰ ਹੋ ਸਕਦਾ ਹੈਗਾ। ਤੇ ਦੂਜਾ ਜਿਵੇਂ ਹੁਣ ਅੰਗਰੇਜ਼ੀ ਦੀ ਰਿਕੁਆਇਰਮੈਂਟ ਹੈਗੀ ਹੈ, ਹੁਣ ਜਿਹੜੇ ਲੋਕ ਉਹੋ ਜਿਹੇ ਪ੍ਰੋਫੈਸ਼ਨ 'ਚ ਕੰਮ ਕਰਦੇ ਨੇ ਉਹ ਅੰਗਰੇਜ਼ੀ ਦਾ ਟੈਸਟ ਨਹੀਂ ਅਪੀਅਰ ਹੋ ਕੇ ਬੈਠੇ ਜੀ, ਉਹ ਤਾਂ ਉਹਨਾਂ ਨੂੰ ਤਾਂ ਅਟੈਂਪਟ ਕਰਨਾ ਪਊਗਾ। ਤੇ ਦੂਜਾ ਹੁਣ ਕੋਈ ਡਾਕਟਰ ਹੈਗਾ ਤੇ ਉਹ ਸਾਰਾ ਟਾਈਮ ਕੰਮ ਕਰ ਰਿਹਾ, ਉਹ ਅੰਗਰੇਜ਼ੀ ਦਾ ਟੈਸਟ ਦੇਣ ਦਾ ਤਾਂ ਕੋਈ ਵੇਲ ਹੀ ਨਹੀਂ ਹੈਗਾ ਨਾ, ਉਹਨੂੰ ਟਾਈਮ ਲੱਗਣਾ ਜੀ। ਉਵੇਂ ਜਿਵੇਂ ਬਾਕੀ ਲੋਕ ਵੀ ਹੈਗੇ ਨੇ, ਤਾਂ ਉਹ ਜਿਹੜੀ ਪਰਟੀਕੂਲਰ ਕੈਟਾਗਰੀ ਹੈਗੀ 20,000 ਵਾਲੀ, ਉਹ ਦੇਰੀ ਨਾਲ ਹੀ ਭਰੂਗੀ ਜੀ। ਤੇ ਦੂਜੀ ਜਿਹੜੀ ਕੈਟਾਗਰੀ ਹੈਗਾ ਜਿਹੜੇ ਕਿ ਅਸੈਂਸ਼ੀਅਲ ਵਰਕਰ ਨੇ, ਲੋ ਸਕਿੱਲ ਜੌਬਸ ਨੇ,
ਉਹਦੇ ਵਿੱਚੋਂ ਵੀ ਜਿਹੜੀਆਂ ਜੌਬਸ ਹੈਗੀਆਂ ਨੇ, ਜੇ ਤੁਸੀਂ ਲਿਸਟ ਤੇ ਨਿਗਾਹ ਮਾਰ ਕੇ ਦੇਖੋ ਤਾਂ ਉਹਨੂੰ ਸਪਰੈਡ ਆਊਟ ਕੀਤਾ ਗਿਆ ਕੈਨੇਡਾ ਦੇ ਵਿੱਚੋਂ। ਹੁਣ ਕੋਈ ਫਿਸ਼ਰਮੈਨ ਹੈਗਾ, ਫਿਸ਼ਰ ਵੂਮਨ ਹੈਗੀ ਆ, ਓਨਟਾਰੀਓ ਦੇ ਵਿੱਚ ਤਾਂ ਬਹੁਤ ਘੱਟ ਹੋਣਗੇ ਜੀ, ਉਹ ਤਾਂ ਕੋਈ ਨੋਵਾ ਸਕੋਸ਼ੀਆ 'ਚ ਹੋਗਾ ਜਿੱਥੇ ਕੋਸਟ ਹੈਗਾ, ਜਾਂ ਉਹ ਨਿਊ ਫਾਊਂਡ ਲੈਬਰਾਡੋਰ 'ਚ ਹੋਊ ਜਿੱਥੇ ਫਿਸ਼ਿੰਗ ਇੰਡਸਟਰੀ ਹੈ, ਪ੍ਰਿੰਸ ਐਡਵਰਡ ਆਈਲੈਂਡ 'ਚ ਹੋਊਗਾ, ਉਹ ਇੱਥੇ ਨਹੀਂ ਨਾ ਹੋਊਗਾ। ਸਿਮਿਲਰਲੀ ਉਹਨੇ ਕਿਹੜਾ ਅੰਗਰੇਜ਼ੀ ਟੈਸਟ ਕੀਤਾ ਹੋਣਾ ਜੀ। ਤੇ ਹਾਂਜੀ, ਜਿਵੇਂ ਐਗਰੀਕਲਚਰ ਵਰਕਰਸ ਨੇ ਉਹ ਕੈਨੇਡਾ ਦੇ ਵਿੱਚ ਉਹ ਸਪਰੈਡ ਆਊਟ ਹੈਗੇ ਆ, ਸੋ ਉਹਨਾਂ ਨੇ ਵੀ ਉਹ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ। ਉਹ ਕਲੀਨਰਸ ਨੇ, ਟਰੱਕ ਡਰਾਈਵਰਸ ਨੇ, ਸੋ ਉਹ ਜਿਹੜੀਆਂ ਕੈਟਾਗਰੀਜ਼ ਨੇ, ਉਹ ਜਿਹੜੇ ਇੰਡੀਵਿਜੂਅਲਸ ਹੋਣਗੇ ਉਹ ਉਹਨਾਂ ਦੀ ਇੱਕ ਵੱਖਰੀ ਕਲਾਸ ਹੈਗੀ ਹੈ। ਜਿਹੜੇ 'ਚ ਸਭ ਤੋਂ ਜ਼ਿਆਦਾ ਭਰ ਸਕਦਾ ਉਹ ਹੈਗਾ ਸਟੂਡੈਂਟਸ ਵਾਲਾ, ਜਿਹੜਾ ਤੀਜਾ, ਹਾਂਜੀ, ਜਿਹੜਾ ਉਹ 40,000 ਵਾਲਾ, ਉਹ ਭਰ ਸਕਦਾ ਹੈਗਾ। ਉਹ ਕਿਵੇਂ ਭਰ ਸਕਦਾ ਹੈ? ਕਿਉਂਕਿ ਉਹਦੇ 'ਚੋਂ ਮੈਜੋਰਿਟੀ ਲੋਕ ਕੁਆਲੀਫਾਈ ਕਰਦੇ ਹੈਗੇ ਨੇ। ਮੈਜੋਰਿਟੀ ਲੋਕ ਕੁਆਲੀਫਾਈ ਕਰਨ ਦਾ ਮਤਲਬ ਹੈ ਜੇ ਤੁਸੀਂ ਡਿਗਰੀ ਕੀਤੀ ਹੈ, ਡਿਪਲੋਮਾ ਕੀਤਾ ਹੈ ਤੇ ਤੁਸੀਂ ਕੁਆਲੀਫਾਈ ਕਰਦੇ ਹੋ, ਤੁਸੀਂ 2 ਸਾਲ ਦਾ ਪ੍ਰੋਗਰਾਮ ਵੰਡ ਕੇ ਕੀਤਾ, ਤੁਸੀਂ ਕੁਆਲੀਫਾਈ ਕਰਦੇ ਹੋ, ਕੁਬੈਕ 'ਚ ਪੜ੍ਹੇ ਹੋ, 1800 ਘੰਟੇ ਕੀਤੇ ਨੇ, ਕਰਕੇ ਕਰਿਆ। ਜੇ ਤੁਸੀਂ ਵੋਕੇਸ਼ਨਲ ਕੋਰਸ ਕੀਤਾ ਫਿਰ ਤੁਸੀਂ ਲਿਸਟ 'ਚ ਆਉਂਦੇ ਹੈਗੇ ਹੋ, ਫਿਰ ਤੁਸੀਂ ਲਿਸਟ ਦੇ ਵਿੱਚੋਂ ਹੋਣੇ ਜ਼ਰੂਰੀ ਹੋ, ਜਿਹੜੀ ਲਿਸਟ ਪ੍ਰੋਵਾਈਡ ਕੀਤੀ ਹੈ। ਅਦਰਵਾਈਜ਼ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ, ਤੁਹਾਡੇ ਕੋਲ ਅੰਗਰੇਜ਼ੀ ਟੈਸਟ ਹੋਣਾ ਚਾਹੀਦਾ, ਤੁਸੀਂ ਐਲੀਜੀਬਲ ਹੋ ਸਕਦੇ ਹੋ। ਇਹ ਤਾਂ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕੁਆਲੀਫਾਈ ਕਰ ਸਕਦੇ ਹੋ। ਪੈਨਿਕ ਵੀ ਹੁਣ ਹੋਏ ਪਏ ਆ ਜੋ ਆਇਲਸ ਸੈਂਟਰਸ ਦੇ ਵਿੱਚ ਇਸ ਵਕਤ ਰੁਝਾਨ ਦੇਖਣ ਨੂੰ ਮਿਲ ਰਿਹਾ, ਟੈਸਟ ਸੈਂਟਰਸ ਦੇ ਵਿੱਚ ਲੋਕੀ ਜਾ ਕੇ ਪੈਨਿਕ ਹੋ ਰਹੇ ਨੇ। ਸੋ ਸਿਚੁਏਸ਼ਨ ਨੇ ਬਹੁਤ ਪੈਨਿਕ ਕਰ ਦਿੱਤਾ, ਕਿਉਂਕਿ ਕ੍ਰਾਈਟੇਰੀਆ ਨਹੀਂ ਇਹ ਪਤਾ ਲੱਗ ਰਿਹਾ ਕਿ ਸਿਲੈਕਸ਼ਨ ਦਾ ਕ੍ਰਾਈਟੇਰੀਆ ਕੀ ਹੋਏਗਾ। ਸਰਕਾਰ ਐਪਲੀਕੇਸ਼ਨਸ ਦਾ ਇਨਵੀਟੇਸ਼ਨ ਦੇ ਰਹੀ ਆ ਕਿ ਇਹ ਫਰਸਟ ਕਮ ਫਰਸਟ ਸਰਵ ਹੋਏਗਾ ਜਾਂ ਫਿਰ ਇਹ ਪੁਆਇੰਟ ਸਿਸਟਮ ਕੁਝ ਹੋਏਗਾ। ਇਹ ਬਿਲਕੁਲ ਫਰਸਟ ਕਮ ਫਰਸਟ ਸਰਵ ਬੇਸਿਸ ਹੈ। ਕ੍ਰਾਈਟੇਰੀਆ ਬਹੁਤ ਕਲੀਅਰਲੀ ਐਕਸਪਲੇਨਡ ਹੈ। ਕ੍ਰਾਈਟੇਰੀਆ ਹੈਗਾ, ਸਭ ਤੋਂ ਪਹਿਲਾਂ ਤੁਹਾਡੇ ਕੋਲੇ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਹੈ। ਜੇ ਆਪਾਂ ਵਰਕਰ ਕਲਾਸ ਦੀ ਗੱਲ ਕਰੀਏ, 1 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ, ਤੇ ਜੇ ਤੁਹਾਡਾ ਸਟੈਟਸ ਵੈਲਿਡ ਨਹੀਂ ਤਾਂ ਰਿਸਟੋਰੇਬਲ ਹੋਣਾ ਚਾਹੀਦਾ। ਰਿਸਟੋਰੇਬਲ ਦਾ ਮਤਲਬ ਹੈ ਕਿ ਐਕਸਪਾਇਰ ਹੋ ਚੁੱਕਿਆ ਹੈ ਤੇ ਤੁਸੀਂ ਉਹਨੂੰ ਅਰਜ਼ੀ ਅੱਗੇ ਦਾਖਲ ਕਰਨੀ। ਉਹ ਆਪਣੇ ਕੋਲ 31 ਅਗਸਤ ਦਾ ਟਾਈਮ ਵੈਸੇ ਹੀ ਸਰਕਾਰ ਨੇ ਦਿੱਤਾ ਹੋਇਆ। ਤੁਸੀਂ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ, ਤੇ ਜਦੋਂ ਅਰਜ਼ੀ ਦਾਖਲ ਕਰਨੀ ਹੈ ਤੇ ਉਦੋਂ ਤੱਕ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ ਜਦ ਤੱਕ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ। ਇਹ ਨਹੀਂ ਹੈਗਾ ਕਿ ਅਰਜ਼ੀ ਦਾਖਲ ਕੀਤੀ ਤੇ ਆਪਾਂ ਚਲੇ ਗਏ ਫਿਰ ਤੁਸੀਂ ਐਲੀਜੀਬਲ ਨਹੀਂ ਹੋਵੋਗੇ। ਤੁਸੀਂ ਇੱਥੇ ਪ੍ਰੈਜ਼ੈਂਟ ਵੀ ਹੋਣੇ ਚਾਹੀਦੇ ਹੋ। ਤੇ ਦੂਜਾ, ਤੁਹਾਡੇ ਜਿਹੜਾ ਡਿਫਰੈਂਟ ਕਲਾਸਿਸ ਲਈ ਡਿਫਰੈਂਟ ਅੰਗਰੇਜ਼ੀ ਹੈ ਜਿਹੜੀ ਉਹ ਰਿਕੁਆਇਰਡ ਹੈਗੀ ਹੈ। ਸੋ ਇੱਕ ਕ੍ਰਾਈਟੇਰੀਆ ਆਲਰੇਡੀ ਐਸਟੈਬਲਿਸ਼ਡ ਹੈਗਾ ਤੇ ਤੁਸੀਂ ਐਡਮਿਸਿਬਲ ਹੋਣੇ ਚਾਹੀਦੇ ਹੋ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਜੋ ਕਾਨੂੰਨ ਦੀਆਂ ਰਿਕੁਆਇਰਮੈਂਟ ਨੂੰ ਤੁਸੀਂ ਪੂਰੀਆਂ ਕਰਦੇ ਹੋਣੇ ਚਾਹੀਦੇ ਹੈਗੇ ਹੋ। ਜੇ ਉਹ ਤੋਂ ਬਾਅਦ ਜਦੋਂ ਤੁਸੀਂ ਅਰਜ਼ੀ ਦਾਖਲ ਕਰਨੀ ਹੈ, ਉਹ ਤੋਂ ਬਾਅਦ ਇਹ ਨਹੀਂ ਕਿ ਤੁਹਾਨੂੰ ਸਿਲੈਕਟ ਕਰ ਲਿਆ ਗਿਆ, ਉਹ ਅਰਜ਼ੀ ਦਾਖਲ ਹੋਈ ਹੈ। ਅਰਜ਼ੀ ਦਾਖਲ ਹੋਣ ਤੋਂ ਬਾਅਦ ਫਿਰ ਉਹ ਤੋਂ ਬਾਅਦ ਉਹਦੀ ਅਸੈਸਮੈਂਟ ਹੋਣੀ ਹੈ। ਉਸ ਤੋਂ ਬਾਅਦ ਤੁਸੀਂ ਦੇਖਿਆ ਜਾਣਾ ਤੁਸੀਂ ਰਿਕੁਆਇਰਮੈਂਟ ਪੂਰੀਆਂ ਕਰਦੇ ਹੋ ਕਿ ਨਹੀਂ ਕਰਦੇ ਹੋ। ਤੁਹਾਡਾ ਮੈਡੀਕਲ ਹੋਣਾ, ਤੁਹਾਡਾ ਪੁਲਿਸ ਕਲੀਅਰੈਂਸ ਮੰਗਿਆ ਜਾਣਾ, ਉਹ ਸਾਰੀਆਂ ਚੀਜ਼ਾਂ ਤਾਂ ਹੋਣੀਆਂ ਨੇ ਨਾ, ਉਹ ਅੱਗੇ ਜਾ ਕੇ ਹੋਣਗੀਆਂ। ਉਹ ਇਹ ਨਹੀਂ ਕਿ ਅਰਜ਼ੀ ਦਾਖਲ ਹੋ ਗਈ ਹੁਣ ਮੈਨੂੰ ਇਮੀਗ੍ਰੇਸ਼ਨ ਮਿਲ ਗਈ, ਏਦਾਂ ਕੁਝ ਨਹੀਂ ਹੋਣਾ ਹੈਗਾ। ਰਾਦਰ ਕਿ ਕਈ ਇੰਡੀਵਿਜੂਅਲ ਨੇ ਜਿਹੜੇ ਉਹ ਪੁਲਿਸ ਕਲੀਅਰੈਂਸ ਤੇ ਫਿੰਗਰਪ੍ਰਿੰਟ ਕਰਾਉਣ ਨੂੰ ਵੀ ਜਾ ਰਹੇ ਨੇ ਜੀ, ਉਹ ਹਾਲੇ ਕੋਈ ਰਿਕੁਆਇਰਮੈਂਟ ਨਹੀਂ ਹੈਗਾ, ਕਿਉਂਕਿ ਕਿਤੇ ਵੀ ਪਬਲਿਕ ਪਾਲਿਸੀ ਦੇ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਪੁਲਿਸ ਕਲੀਅਰੈਂਸ ਦੇਣੀ ਹੈ। ਇਹ ਜ਼ਰੂਰ ਲਿਖਿਆ ਕਿ ਤੁਸੀਂ ਅੰਗਰੇਜ਼ੀ ਟੈਸਟ ਜਿਹੜਾ ਐਕਚੁਅਲ 'ਚ ਇਹਦੇ ਵਿੱਚ ਇਹ ਹੈ ਕਿ ਜਿਵੇਂ ਬੀਤੇ ਦਿਨੀ ਕੁਝ ਅਪਡੇਸ਼ਨਸ ਆਈ ਸੀ IRCC ਵੱਲੋਂ ਕਿ ਜੇ ਤੁਸੀਂ ਆਪਣੀ ਐਪਲੀਕੇਸ਼ਨਸ ਲਗਾਉਣੇ ਹੋ ਤਾਂ ਤੁਸੀਂ ਆਪਣੀਆਂ ਕੰਪਲੀਟ ਐਪਲੀਕੇਸ਼ਨਸ ਲਗਾਓ। ਇਹ ਨਹੀਂ ਹੈ ਕਿ ਆਟੋਮੈਟਿਕਲੀ ਅਸੀਂ ਖੁਦ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਜਾਏਗੀ। ਸੋ ਤਾਂ ਕਰਕੇ ਲੋਕਾਂ ਨੂੰ ਇਹ ਸ਼ਾਇਦ ਹੋ ਰਿਹਾ ਕਿ ਜੇ ਅਸੀਂ ਉੱਥੇ ਐਪਲੀਕੇਸ਼ਨ ਪਹਿਲਾਂ ਲਗਾਉਣੀ ਆ, ਤੁਹਾਨੂੰ PCC ਮੈਡੀਕਲ ਵਗੈਰਾ ਸਭ ਕੁਝ ਕਰਵਾ ਕੇ ਨਾਲ ਪੂਰੀ ਫਾਈਲ ਤਿਆਰ ਕਰਕੇ ਉੱਥੇ ਲਗਾਉਣੀ ਪੈਣੀ ਆ। ਤਰਨ 6 ਤਰੀਕ ਨੂੰ ਐਕਚੁਅਲੀ ਸਿਚੁਏਸ਼ਨ ਕਲੀਅਰ ਹੋਣੀ ਹੈ ਕਿ ਕਿਹੜੇ ਕਾਗਜ਼ ਚਾਹੀਦੇ ਨੇ। ਹਾਲੇ ਜੋ ਪਬਲਿਕ ਪਾਲਿਸੀ ਇਨਸਟਰਕਸ਼ਨਸ ਨੇ ਉਹ ਕਹਿੰਦੀਆਂ ਨੇ ਵਰਕ ਪਰਮਿਟ ਹੋਣਾ ਜ਼ਰੂਰੀ ਹੈ। ਇਹ ਪਬਲਿਕ ਪਾਲਿਸੀ ਇਨਸਟਰਕਸ਼ਨ ਹੈ। ਅੰਗਰੇਜ਼ੀ ਹੋਣੀ ਜ਼ਰੂਰੀ ਹੈ, ਥੋੜਾ ਐਡਮਿਸਿਬਲ ਹੋਣਾ ਜ਼ਰੂਰੀ ਹੈ। ਜੇ ਵਰਕਰ ਹੋ ਤਾਂ 1 ਸਾਲ ਕੰਮ ਕੀਤਾ ਹੋਣਾ ਜ਼ਰੂਰੀ ਹੈ। ਤੋ ਇਹ ਜੇ ਕ੍ਰਾਈਟੇਰੀਆ ਹੈਗਾ, ਇਹੀ ਕਾਗਜ਼ ਚਾਹੀਦੇ ਨੇ। ਤੋ ਜਿਹੜਾ ਪੁਲਿਸ ਕਲੀਅਰੈਂਸ ਜਾਂ ਮੈਡੀਕਲ ਵਾਲੀ ਗੱਲ ਹੈਗੀ ਹੈ, ਉਹ ਹਾਲੇ ਬਿਲਕੁਲ ਕਲੈਰਿਟੀ ਨਹੀਂ ਹੈਗੀ। ਉਹ 6 ਤਰੀਕ ਨੂੰ ਜਦੋਂ ਅਰਜ਼ੀ ਦਾਖਲ ਹੋਣੀ ਹੈ ਉਦੋਂ ਹੀ ਹੋਊਗੀ, ਕਿਉਂਕਿ ਪੈਂਡੇਮਿਕ ਸਿਚੁਏਸ਼ਨ ਚੱਲਦਾ ਹੈਗਾ ਤੇ ਇਹ ਜਿਹੜੀਆਂ ਰਿਕੁਆਇਰਮੈਂਟਸ ਨੇ, ਮੈਡੀਕਲ ਹੋ ਗਿਆ, ਪੁਲਿਸ ਕਲੀਅਰੈਂਸ ਹੋ ਗਿਆ, ਇਹਨਾਂ ਦੀ ਸਰਟਨ ਵੈਲਿਡਿਟੀ ਹੈ। ਹੁਣ ਪੁਲਿਸ ਕਲੀਅਰੈਂਸ ਤੁਸੀਂ ਅੱਜ ਲੈ ਲਿਆ, ਉਹ ਤਾਂ 6 ਮਹੀਨੇ ਲਈ ਵੈਲਿਡ ਹੈ। 6 ਮਹੀਨੇ 'ਚ ਸਰਕਾਰ ਫੈਸਲਾ ਨਾ ਕਰ ਸਕੇ ਫਿਰ ਦੁਬਾਰਾ ਮੰਗਣਗੇ ਜੀ ਤੋਂ ਮੈਡੀਕਲ ਕਰਾ ਲਿਆ, ਉਸ ਸਾਲ 'ਚ ਫੈਸਲਾ ਨਾ ਕਰ ਸਕਣ ਫਿਰ ਦੁਬਾਰਾ ਮੈਡੀਕਲ ਮੰਗਣਗੇ। ਸੋ ਜਿਹੜੀਆਂ ਪਬਲਿਕ ਪਾਲਿਸੀ ਪ੍ਰੋਗਰਾਮਸ ਹੁੰਦੇ ਨੇ, ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਹੈਗਾ। ਤੇ ਇਹ ਤਾਂ ਹੈ ਨਹੀਂ ਕਿ ਅੱਜ ਅਰਜ਼ੀ ਕੀਤੀ ਤੇ ਕੱਲ ਨੂੰ ਆਪਣੀ ਇਮੀਗ੍ਰੇਸ਼ਨ ਹੋ ਜਾਣੀ ਹੈ, ਏਦਾਂ ਤਾਂ ਨਹੀਂ ਹੋਣਾ। ਸਿਮਿਲਰਲੀ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚੋਂ ਵੀ
ਜੇ ਜਨਵਰੀ 2017 ਤੋਂ ਬਾਅਦ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੈ ਉਹ ਤਾਂ ਹੀ ਐਲੀਜੀਬਲ ਨੇ। ਜੇ ਉਹ ਜਨਵਰੀ 17 ਤੋਂ ਪਹਿਲਾਂ ਉਹਨਾਂ ਦੀ ਪੜ੍ਹਾਈ ਖਤਮ ਹੋਈ ਹੋਈ ਹੈ ਉਹ ਐਲੀਜੀਬਲ ਨਹੀਂ ਹੈਗੇ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ, ਸੋ ਇੱਕ ਇੱਕ ਕਰਕੇ ਕਾਲਸ ਵੀ ਲੈ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਸਵੀ ਤੋਂ ਗੱਲ ਕਰ ਰਹੀ ਹਾਂ ਜੀ। ਮੈਂ ਪੁੱਛਣਾ ਸੀਗਾ ਕਿ ਫਿਲਹਾਲ ਹੀ ਮੇਰਾ ਫਰਸਟ ਸਮੈਸਟਰ ਕੰਪਲੀਟ ਹੋਇਆ ਐਂਡ ਮੈਂ ਕਿੰਨੇ ਟਾਈਮ ਬਾਅਦ ਐਲੀਜੀਬਲ ਹੋ ਜਾਵਾਂਗੀ ਆਪਣੇ ਸਪਾਊਸ ਦੀ ਫਾਈਲ ਲਗਾਉਣ ਲਈ ਐਂਡ ਮੈਨੂੰ ਕੀ ਡਾਕੂਮੈਂਟਸ ਚਾਹੀਦੇ ਆ ਉਹਦੇ ਲਈ? ਤੁਹਾਡਾ ਵਿਆਹ ਕਦੋਂ ਹੋਇਆ ਸੀ ਜੀ? 3 ਸਾਲ ਹੋ ਗਏ ਆ। ਤੁਸੀਂ ਜਦੋਂ ਕੈਨੇਡਾ ਆਉਣ ਲਈ ਸਟੱਡੀ ਵੀਜ਼ਾ ਲਈ ਐਪਲੀਕੇਸ਼ਨ ਕੀਤੀ ਸੀ ਤੁਸੀਂ ਆਲਰੇਡੀ ਮੈਰਿਡ ਸੀ? ਹਾਂਜੀ ਹਾਂਜੀ, ਆਲਰੇਡੀ ਮੈਰਿਡ ਸੀ। ਤੁਸੀਂ ਬਿਲਕੁਲ ਉਹਨਾਂ ਦਾ ਕੇਸ ਬਿਲਕੁਲ ਨਾਲ ਲਾ ਸਕਦੇ ਸੀ ਜੀ। ਬਟ ਉਸ ਟਾਈਮ ਮੈਨੂੰ ਏਜੰਟ ਨੇ ਸੁਜੈਸਟ ਨਹੀਂ ਕੀਤਾ, ਉਹ ਕਹਿੰਦੇ ਨਹੀਂ ਇਹ ਰਿਸਕ ਆ, ਬੱਚੇ ਦਾ ਆਉਂਦਾ ਨਹੀਂ ਆ, ਤਾਂ ਇਸ ਲਈ ਮੈਂ ਉਸ ਟਾਈਮ ਨਹੀਂ ਲਗਾ ਸਕੀ। ਹਾਂਜੀ, ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਜਿਹੜਾ ਏਜੰਟ ਆ ਉਹ ਕਾਲਜ ਦਾ ਏਜੰਟ ਹੈਗਾ, ਉਹਦਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੈਗਾ। ਉਹਨੇ ਉਹ ਚੀਜ਼ ਕਰਨੀ ਹੈ ਜਿਹਨੂੰ ਉਹਦਾ ਫਾਇਦਾ ਜਿਹਦੇ ਉਹਦੇ ਵਿੱਚ ਮਿਲੇ। ਹਾਂਜੀ, ਜੇ ਤੁਹਾਡਾ ਇੱਕ ਸਮੈਸਟਰ ਹੋ ਚੁੱਕਿਆ ਹੈਗਾ, ਤੁਸੀਂ ਉਹ ਪਾਸ ਕਰ ਚੁੱਕੇ ਹੋ, ਤੁਸੀਂ ਐਨੀ ਟਾਈਮ ਲਾ ਸਕਦੇ ਆ ਜੀ। ਪਰ ਉਹਦੇ ਨਾਲ ਇਕੱਲਾ ਇਹ ਨਹੀਂ ਕਿ ਮੈਂ ਸਮੈਸਟਰ ਪਾਸ ਕਰ ਲਿਆ ਤੇ ਹੁਣ ਮੈਂ ਐਲੀਜੀਬਲ ਹੋ ਜਾਣਾ ਹੈਗਾ। ਤੁਸੀਂ ਸੈਕਸ਼ਨ 220 ਹੈ ਜਿਹੜਾ ਡੈਫੀਨੇਸ਼ਨ ਕੰਡੀਸ਼ਨਸ ਔਨ ਅ ਸਟੱਡੀ ਪਰਮਿਟ ਆ, ਉਹ ਕੰਡੀਸ਼ਨਸ ਮੀਟ ਕਰਨੀਆਂ ਨੇ। ਜਿਹੜਾ ਤੁਹਾਡਾ ਸਪਾਊਸ ਆ ਨਾ, ਰੈਗੂਲੇਸ਼ਨ 4 ਦੀਆਂ ਕੰਡੀਸ਼ਨਸ ਮੀਟ ਕਰਨੀਆਂ ਨੇ, ਜਿਹੜੀਆਂ ਕਹਿੰਦੀਆਂ ਹੈਗੀਆਂ ਨੇ ਕਿ ਤੁਹਾਡੇ ਸਪਾਊਸ ਨੂੰ ਬਾਈ ਵਰਚੂ ਆਫ ਮੈਰਿਜ ਮੈਂਬਰ ਆਫ ਫੈਮਿਲੀ ਕਲਾਸ ਨਾ ਮੰਨਿਆ ਜਾਵੇ। ਜੇ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਹੈ ਤੇ ਵਿਆਹ ਜੈਨੂਇਨ ਨਹੀਂ, ਤਾਂ ਤੁਸੀਂ ਉਹ ਕੰਡੀਸ਼ਨਸ ਤੁਹਾਡੇ ਸਪਾਊਸ ਨੇ ਵੀ ਪੂਰੀਆਂ ਕਰਨੀਆਂ ਨੇ। ਤਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਲਓ, ਡਿਟੇਲ ਡਿਸਕਸ਼ਨ ਕੀਤਾ ਜਾਵੇ ਜੀ। ਉਸ ਤੋਂ ਬਾਅਦ ਦੇਖਿਆ ਜਾਵੇ ਕਿ ਕੇਸ ਹੁਣ ਲਾ ਸਕਦੇ ਆ ਜੇ ਤੁਹਾਡੇ ਕੋਲ ਇਨਫ ਸਬੂਤ ਹੈਗੇ ਨੇ। ਜੇ ਨਹੀਂ ਹੈਗੇ ਆ ਪਹਿਲਾਂ ਸਬੂਤ ਇਕੱਠੇ ਕਰੋ, ਉਸ ਤੋਂ ਬਾਅਦ ਕੇਸ ਲਾਓ ਜੀ। ਸ਼ੁਕਰੀਆ ਜੀ ਕਾਲ ਕਰਨ ਲਈ ਬਹੁਤ ਬਹੁਤ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਐਬਸਪੋਰਟ ਤੋਂ ਬੋਲਦੀ ਹਾਂ ਤੇ ਮੇਰਾ ਕੁਐਸਚਨ ਸੀਗਾ, ਮੈਂ ਗ੍ਰੀਨ ਹਾਊਸ ਵਿੱਚ ਕੰਮ ਕਰਦੀ ਹਾਂ। 1 ਸਾਲ ਮੈਨੂੰ ਕੰਮ ਕਰਦੀ ਨੂੰ ਹੋ ਗਿਆ। ਜਿਹੜਾ ਨਵਾਂ ਪ੍ਰੋਗਰਾਮ 6 ਮਈ ਵਾਲਾ ਵਾ ਉਹਦੇ ਵਿੱਚ ਮੈਂ ਫਾਈਲ ਲਾ ਸਕਦੀ ਹਾਂ। 6 ਮਹੀਨੇ ਮੈਂ ਕੰਮ ਲੇਬਰ ਦਾ ਕੀਤਾ ਸੇਮ ਪਲੇਸ ਤੇ ਸੇਮ ਪਲੇਸ ਤੇ 6 ਮਹੀਨੇ ਮੈਂ ਸੁਪਰਵਾਈਜ਼ਰ ਦੇ ਕੰਮ ਕਰਦੀ ਨੂੰ ਹੋ ਗਏ। ਹਾਂਜੀ, ਤਾਂ ਸੁਪਰਵਾਈਜ਼ਰ ਹੋਰ ਕਲਾਸ ਹੈਗਾ ਜੀ ਤੇ ਫਾਰਮ ਵਰਕਰ ਹੋਰ ਕਲਾਸ ਹੈਗਾ। ਸੋ ਸਾਲ ਪੂਰਾ ਨਹੀਂ ਹੈਗਾ ਕਿਉਂਕਿ ਤੁਸੀਂ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਜਿਹੜਾ ਕੰਮ ਕੀਤਾ ਹੈਗਾ। ਪਰ ਤੁਹਾਨੂੰ ਵਰਕ ਪਰਮਿਟ ਕਿਹੜਾ ਮਿਲਿਆ ਹੋਇਆ ਜੀ? ਪਹਿਲਾਂ ਸੀਗਾ ਲੇਬਰ ਵਾਲਾ ਹੀ ਸੀਗਾ ਤੇ ਹੁਣ ਸੁਪਰਵਾਈਜ਼ਰ ਦਾ ਆ। ਤਾਂ ਤੁਹਾਡਾ LMIA ਬੇਸਡ ਵਰਕ ਪਰਮਿਟ ਹੈਗਾ? ਹਾਂਜੀ ਹਾਂਜੀ, ਤੁਸੀਂ ਸਾਡੇ ਆਫਿਸ ਨੂੰ ਕਾਲ ਕਰਿਓ ਜੀ ਤੇ ਉਹ ਪਹਿਲਾਂ ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ ਜੀ। ਪਹਿਲਾਂ ਸਾਰਾ ਕੁਝ ਡਿਸਕਸ਼ਨ ਕਰਨ ਦੀ ਲੋੜ ਹੈ ਤੇ ਫਿਰ ਉਸ ਤੋਂ ਬਾਅਦ ਐਲੀਜੀਬਿਲਿਟੀ ਦੇਖੀ ਜਾ ਸਕਦੀ ਹੈ ਜੀ। ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਕੈਲਰੀ ਤੋਂ ਬੋਲ ਰਹੇ ਹਾਂ ਜੀ। ਦੱਸੋ ਜੀ, ਕੀ ਸਵਾਲ ਹੈ? ਜਿਹੜਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਜੀ ਲਾਈਵ ਗੁਰਪ੍ਰੀਤ ਖਹਿਰਾ ਜੀ, ਉਹਨਾਂ ਦੇ ਨਾਲ ਮੈਂ ਗੱਲ ਕਰਨਾ ਮੰਗਦੀ ਜੀ। ਬਿਲਕੁਲ, ਦੱਸੋ ਜੀ। ਖਹਿਰਾ ਜੀ ਤੁਹਾਡਾ ਸਵਾਲ ਸੁਣ ਰਹੇ ਨੇ, ਦੱਸੋ ਕੀ ਸਵਾਲ ਹੈ ਤੁਹਾਡਾ? ਸਾਡਾ ਸਵਾਲ ਹੈਗਾ ਜੀ, ਐਕਚੁਅਲੀ ਮੇਰੇ ਪੇਰੈਂਟਸ ਨੂੰ ਲਾਸਟ ਈਅਰ 2020 ਪੈਂਡੈਮਿਕ ਸ਼ੁਰੂ ਹੋਣ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਪਰਮਨੈਂਟ ਰੈਜ਼ੀਡੈਂਸੀ ਦਾ। ਉਸ ਤੋਂ ਪਹਿਲਾਂ ਉਹ ਸੁਪਰ ਵੀਜ਼ੇ ਤੇ ਸੀਗੇ ਕੈਨੇਡਾ 'ਚ, ਲੇਕਿਨ ਉਹ ਬੈਕ ਹੋਮ ਚਲੇ ਗਏ ਸੀ। ਦੈਨ ਜਦੋਂ ਪੈਂਡੈਮਿਕ ਸ਼ੁਰੂ ਹੋ ਗਿਆ, ਬਿਕੋਜ਼ ਉਹਨਾਂ ਕੋਲ ਵੀਜ਼ੇ ਦੀ ਜਿਹੜੀ ਲਿਮਿਟ ਸੀ ਉਹ ਜੂਨ ਤੱਕ ਸੀਗੀ, ਜੂਨ ਦੇ ਐਂਡ ਮਿਡਲ ਤੱਕ ਤੋਂ ਉਹਨਾਂ ਨੇ ਇੱਥੇ ਆਉਣਾ ਸੀ, ਲੈਂਡ ਕਰਨਾ ਸੀ। ਬਿਕੋਜ਼ ਆਫ ਦ ਪੈਂਡੈਮਿਕ ਫਲਾਈਟਸ ਸਾਰੀਆਂ ਕੈਂਸਲ ਹੋ ਗਈਆਂ ਸੀ, ਦੇ ਕੈਨ ਨਾਟ ਰੀਚ ਔਨ ਟਾਈਮ। ਤੇ ਉਹਨਾਂ ਨੂੰ ਜਿੱਦਾਂ ਕਿ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ, ਜਿਹੜਾ ਪਰਮਨੈਂਟ ਰੈਜ਼ੀਡੈਂਸੀ ਵਾਲਾ ਸੀਗਾ, ਸਟੇਟਸ ਐਕਸਪਾਇਰ ਹੋ ਗਿਆ ਸੀ ਤੇ ਉਹ ਲੈਂਡ ਕੀਤੇ ਸਤੰਬਰ ਦੇ ਵਿੱਚ। ਤੇ ਜਦੋਂ ਉਹ ਲੈਂਡ ਕੀਤੇ ਸਤੰਬਰ ਦੇ ਵਿੱਚ ਫਲਾਈਟਸ ਓਪਨ ਹੋਈਆਂ ਤੇ ਮੈਂ ਇਮੀਗ੍ਰੇਸ਼ਨ ਨੂੰ ਦੱਸਦਾ ਸੀਗਾ ਈਮੇਲ ਕਰਕੇ ਕਿ ਦੇ ਆਲਰੇਡੀ ਲੈਂਡਡ। ਬਟ ਉਸ ਤੋਂ ਬਾਅਦ ਹੁਣ ਤੱਕ ਉਹਨਾਂ ਨੇ ਮੈਨੂੰ ਕੋਈ ਵੀ ਆਨਸਰ ਨਹੀਂ ਦਿੱਤਾ। ਦੇ ਕੈਨ ਨਾਟ ਗਿਵ ਮੀ ਐਨੀ ਸਿੰਗਲ ਕਲੂ ਵੀ ਇਹਨਾਂ ਦੇ ਕੀ ਹੋਣਾ ਵਾ, ਕਿ ਕਿੱਦਾਂ ਸਟੇਟਸ ਅਪਡੇਟ ਕਰ ਰਿਹਾ ਜਾਂ ਨਹੀਂ ਕਰ। ਉਹਦੇ ਬਾਰੇ 'ਚ ਮੈਂ ਥੋੜਾ ਜਾਣਨਾ ਮੰਗਦੀ ਸੀ। ਹਾਂਜੀ, ਤੁਸੀਂ ਆਪਦੀ ਨਹੀਂ ਜੀ, ਇਹਨਾਂ ਗੱਲ ਕਰਨੀ ਪੈਣੀ ਜੀ। ਤੁਸੀਂ ਸਿਚੁਏਸ਼ਨ ਨੂੰ ਥੋੜਾ ਜਿਹਾ ਕਲੈਰੀਫਾਈ ਨਹੀਂ ਕੀਤਾ ਜੀ। ਸੋ ਜੋ ਉਹਨਾਂ ਦਾ ਤੁਸੀਂ ਆਖਿਆ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਐਕਸਪਾਇਰ ਹੋ ਗਿਆ ਸੀ ਤੇ ਫਿਰ ਉਹਨਾਂ ਨੇ ਲੈਂਡ ਕਿਵੇਂ ਕੀਤਾ ਜੀ? ਐਕਚੁਅਲੀ ਮੈਂ ਸੌਰੀ, ਕਿਉਂਕਿ ਉਹਨਾਂ ਕੋਲ ਸੁਪਰ ਵੀਜ਼ਾ ਵੀ ਹੈਗਾ ਸੀਗਾ। ਦੇ ਲੈਂਡਡ ਔਨ ਸੁਪਰ ਵੀਜ਼ਾ। ਜਦੋਂ ਉਹ ਆਏ ਸੀ ਮੈਨੂੰ ਇਹ ਸੀ ਕਿ ਇਮੀਗ੍ਰੇਸ਼ਨ ਮਾਈਟ ਵੀ ਉਹਨਾਂ ਦਾ ਸਟੇਟਸ ਚੇਂਜ ਕਰ ਦੇਵੇ, ਪੈਂਡੈਮਿਕ ਕਰਕੇ ਥੋੜੀ ਰਾਇਤ ਦੇ ਦੇਵੇ, ਰਾਈਟ, ਕਿ ਤੁਸੀਂ ਔਨ ਟਾਈਮ ਲੈਂਡ ਨਹੀਂ ਹੋ ਸਕੇ, ਚਲੋ ਤੁਹਾਨੂੰ ਅਸੀਂ ਹੁਣ ਪੇਪਰ ਦੇ ਦਿੰਦੇ। ਬਟ ਉਹਨਾਂ ਨੇ ਕੁਛ ਨਹੀਂ ਦੱਸਿਆ। ਦੇ ਲੈਂਡਡ ਔਨ ਸੁਪਰ ਵੀਜ਼ਾ ਬਿਕੋਜ਼ ਉਹਨਾਂ ਦਾ ਜਿਹੜਾ ਦੂਸਰਾ ਸੀਗਾ ਉਹ ਐਕਸਪਾਇਰ ਹੋ ਗਿਆ ਸੀਗਾ ਜੂਨ ਦੇ ਵਿੱਚ ਰੈਜ਼ੀਡੈਂਸੀ। ਹਾਂਜੀ, ਗੋਇੰਗ ਬੈਕ, ਜਦੋਂ ਉਹਨਾਂ ਨੂੰ ਇਹ
ਪਰਮਨੈਂਟ ਰੈਜ਼ੀਡੈਂਟ ਵੀਜ਼ਾ ਇਸ਼ੂ ਹੋਇਆ ਸੀਗਾ ਉਸ ਵੇਲੇ ਉਹ ਕਿੱਥੇ ਸੀਗੇ ਜੀ? ਉਸ ਵੇਲੇ ਉਹ ਇੰਡੀਆ 'ਚ ਸੀਗੇ ਜੀ। ਓਕੇ, ਤਾਂ ਇੱਥੇ ਸੁਪਰ ਵੀਜ਼ੇ ਤੇ ਆਏ, ਵਾਪਸ ਇੰਡੀਆ ਚਲੇ ਗਏ, ਉੱਥੇ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਟ ਵੀਜ਼ਾ ਇਸ਼ੂ ਹੋ ਗਿਆ, ਉਹ ਟਾਈਮ ਦੇ ਵਿੱਚ ਲੈਂਡ ਨਹੀਂ ਕਰ ਸਕੇ ਤੇ ਉਸ ਤੋਂ ਬਾਅਦ ਉਹ ਸੁਪਰ ਵੀਜ਼ੇ ਦੇ ਵਿੱਚ ਕੈਨੇਡਾ ਐਂਟਰ ਕਰ ਗਏ ਜੀ। ਹਾਂਜੀ, ਬਿਕਾਜ਼ ਆਫ ਪੈਂਡੈਮਿਕ ਉਹ ਲੈਂਡ ਨਹੀਂ ਕਰ ਸਕਦੇ ਸੀ, ਉਹਨੇ ਕਿਹਾ ਸੀ। ਨਹੀਂ ਜੀ, ਉਹ ਇਹ ਕ੍ਰਾਈਟੇਰੀਆ ਨਹੀਂ ਸੀਗਾ, ਉਹ ਤੁਸੀਂ ਇੱਦਾਂ ਸਮਝ ਲਿਆ, ਪਰ ਉਹ ਇੱਦਾਂ ਨਹੀਂ ਸੀਗਾ। ਸੋ ਜੇ ਉਹ ਇਸ ਕਰਕੇ ਨਹੀਂ ਆਏ ਉਸ ਸਮੇਂ ਕਿਉਂਕਿ ਉਹਨਾਂ ਨੂੰ ਟਰੈਵਲ ਨਹੀਂ ਕਰ ਸਕਦੇ ਸੀ, ਪਰ ਸੁਪਰ ਵੀਜ਼ੇ ਤੇ ਤਾਂ ਆ ਗਏ ਨਾ, ਸੋ ਟਰੈਵਲ ਤਾਂ ਕਰ ਸਕਦੇ ਸੀਗੇ। ਨਹੀਂ, ਉਦੋਂ ਫਲਾਈਟਸ ਬੰਦ ਹੋ ਗਈਆਂ ਸੀ। ਹਾਂਜੀ ਹਾਂਜੀ, ਉਹ ਮੈਂ ਸਮਝ ਗਿਆ, ਉਹ ਮੈਂ ਆਪ ਜੀ ਨੂੰ ਤਰਕ ਦੇ ਰਿਹਾ ਸੀਗਾ ਜੀ, ਮੇਰਾ ਰੈਸ਼ਨਲ ਸੀਗਾ। ਤੋ ਜਦੋਂ ਇੱਥੇ ਪਹੁੰਚ ਜਾਂਦੇ ਨੇ ਤਾਂ ਆ ਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰ ਨੂੰ ਕੀ ਦੱਸਦੇ ਨੇ? ਜਦੋਂ ਲੈਂਡ ਹੋਏ ਸੀਗੇ ਤੇ ਉਹਨਾਂ ਨੇ ਸਾਰੀ ਸਿਚੁਏਸ਼ਨ ਐਕਸਪਲੇਨ ਕੀਤੀ ਤੇ ਉਹ ਕਹਿੰਦੇ ਕਿ ਹਲੇ ਅਸੀਂ ਤੁਹਾਨੂੰ ਜਿਹਦਾ 2 ਇਅਰਸ ਦਾ ਵੀਜ਼ਾ ਵੈਲਿਡ ਇਸ਼ੂ ਕਰ ਦਿੰਦੇ ਆ, ਸੁਪਰ ਵੀਜ਼ਾ, ਕਿਉਂਕਿ ਜਦੋਂ ਵੀ ਉੱਤਰ ਤੇ ਆਪਾਂ ਨੂੰ 1 ਇਅਰ ਦਾ 2 ਇਅਰ ਦੀ ਸਟੇ ਮਿਲਦੀ ਹੁੰਦੀ ਆ। ਉਹ ਕਹਿੰਦੇ ਕਿ ਫਰਦਰ ਜਿਹੜੀ ਤੁਹਾਡੀ ਡਾਟਰ ਨੂੰ ਜਾ ਕੇ ਤੁਸੀਂ ਇਹ ਕਹਿਣਾ ਕਿ ਇਮੀਗ੍ਰੇਸ਼ਨ ਨੂੰ ਨੋਟੀਫਾਈ ਕਰ ਦੇਵੇ ਕਿ ਯੂ ਗਾਇਜ਼ ਹੈਵ ਲੈਂਡਡ ਆਲਰੇਡੀ ਇਨ ਕੈਨੇਡਾ, ਤੇ ਵੀ ਉਹ ਫਰਦਰ ਜਿਹੜੀ ਤੁਹਾਨੂੰ ਅਪਡੇਟ ਦੇ ਦੇਣਗੇ ਵੀ ਉਹ ਕਿੱਦਾਂ ਤੁਹਾਨੂੰ ਦੁਬਾਰਾ ਵੀਜ਼ਾ ਇਸ਼ੂ ਕਰਦੇ ਆ ਜਾਂ ਸਟੈਂਪ ਲਾ ਕੇ ਤੋਰਦੇ ਜਾਂ ਕਿੱਦਾਂ। ਹਾਂਜੀ, ਸੋ ਜਿਹੜਾ ਉੱਥੇ ਤੱਕ ਸੀ ਉਹ ਬਿਲਕੁਲ ਠੀਕ ਸੀ ਕਿ ਉਹਨਾਂ ਦਾ ਐਕਸਪਾਇਰ ਹੋ ਚੁੱਕਿਆ ਸੀਗਾ, ਵੀਜ਼ਾ ਐਕਸਪਾਇਰ ਹੋ ਚੁੱਕਿਆ ਸੀ, ਪਰ ਉਹਨਾਂ ਦਾ ਜਿਹੜਾ ਲੈਂਡਿੰਗ ਡਾਕੂਮੈਂਟ ਆ ਉਹ ਐਕਸਪਾਇਰ ਨਹੀਂ ਹੁੰਦਾ ਕਦੇ ਵੀ, ਉਹ ਕਦੇ ਵੀ ਐਕਸਪਾਇਰ ਨਹੀਂ ਹੁੰਦਾ ਹੈਗਾ। ਸੋ ਜਿਹੜਾ ਮਿਸਟੇਕ ਹੋਇਆ ਹੈਗਾ ਇਹ ਹੋਇਆ ਹੈਗਾ ਕਿ ਉਹਨਾਂ ਨੇ ਐਜ਼ ਅ ਵਿਜ਼ਿਟਰ ਕੈਨੇਡਾ ਐਂਟਰ ਕੀਤਾ, ਨਾਟ ਐਜ਼ ਅ ਲੈਂਡਡ ਇਮੀਗ੍ਰੈਂਟ ਐਂਟਰ ਕੀਤਾ ਹੈਗਾ। तो जे वो आके अपना लैंडिंग डॉक्यूमेंट प्रेजेंट करते, वीजा ते लैंडिंग डॉक्यूमेंट दो डिफरेंट चीज़ां ने। वीजा ट्रैवल करने लई हैगा, लैंडिंग डॉक्यूमेंट लैंड करने लई है। तो जो लैंडेड डॉक्यूमेंट प्रेजेंट करते उस तो बाद उन्हें लैंड करा दिता जाना सी, तो नहीं हो सकिया क्योंकि उन्होंने उदों इदां प्रेजेंट नहीं किया। सो हुण जिहड़ा उहदा प्रेजेंट क्राइटेरिया हैगा उन्हां नूं लैंड होना जरूरी, लैंड नहीं होए वो एज अ विजिटर एंटर होया कैनेडा। सो ਇਹਦੇ ਲਈ ਕਾਨੂੰਨ 'ਚ ਪ੍ਰੋਵੀਜ਼ਨ ਹੈਗਾ ਜੀ, ਉਹਨਾਂ ਨੂੰ ਲੈਂਡ ਕਰਾਇਆ ਜਾ ਸਕਦਾ ਹੈ। ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਲਿਓ, ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ, ਉਹਨਾਂ ਦਾ ਡਾਕੂਮੈਂਟ ਰਿਵਿਊ ਕਰਕੇ ਤੇ ਫਿਰ ਉਹਨੂੰ ਲੈਂਡ ਕਰਾਇਆ ਜਾ ਸਕਦਾ ਹੁਣ ਵੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਇਸ ਤੋਂ ਬਾਅਦ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਲਾਸਟ ਕਾਲ ਅਸੀਂ ਲੈ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਸ਼ੋਕ ਮੇਰਾ ਨਾਮ, ਮੈਂ ਅਮਰੀਕਾ ਤੋਂ ਬੋਲ ਰਿਹਾ ਜੀ। ਮੈਂ ਇੱਕ ਕੁਐਸਚਨ ਸੀ ਮੇਰਾ, ਇਹ ਆਪਣਾ ਜਿਹੜਾ ਸਿਟੀਜ਼ਨ ਆ ਅਮਰੀਕਨ, ਉਹ ਕੈਨੇਡਾ ਦੇ ਵਿੱਚ ਕਿੰਨਾ ਚਿਰ ਰਹਿ ਸਕਦਾ ਜਾਂ ਉਹਨੂੰ ਪੀਆਰ ਲੈਣ ਲਈ ਕੀ ਕਰਨਾ ਪਵੇਗਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਜੀ, ਸ਼ਾਇਦ ਸਾਡੇ ਸਰਵਰ ਟੀਮ ਇਸ ਵਕਤ ਕਾਲਸ ਅਟੈਂਡ ਕਰ ਰਹੀ ਹੈ, ਅਸੀਂ ਮੁਆਫੀ ਚਾਹਾਂਗੇ, ਇਸ ਤੋਂ ਬਾਅਦ ਹੁਣ ਕੋਈ ਹੋਰ ਕਾਲ ਨਹੀਂ ਅਟੈਂਡ ਕਰ ਸਕਦੇ ਸਰ, ਇਹਨਾਂ ਦਾ ਆਪਾਂ ਰਿਪਲਾਈ ਕਰ ਦਈਏ। ਜੀ ਬਿਲਕੁਲ, ਚਾਹੇ ਤੁਸੀਂ ਕਿਸੇ ਵੀ ਮੁਲਕ ਦੇ ਹੈਗੇ ਹੋ, ਤੁਸੀਂ 6 ਮਹੀਨੇ ਤੋਂ ਵਿਜ਼ਿਟਰ ਹੈ ਜਿਹੜਾ ਮੈਕਸਿਮਮ ਰਹਿ ਸਕਦਾ ਹੈਗਾ, ਜਾਂ ਜਿੰਨਾ ਚਿਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੁਹਾਨੂੰ ਐਂਟਰੀ ਅਲਾਓ ਕਰਦੀ ਹੈਗੀ ਹੈ, ਉਸ ਕਿਸੇ ਵੀ ਮੁਲਕ ਦੇ ਹੋ ਤੁਸੀਂ ਇੰਨਾ ਚਿਰ ਹੀ ਰਹਿ ਸਕਦੇ ਹੋ ਐਜ਼ ਅ ਵਿਜ਼ਿਟਰ। ਤੇ ਦੂਜਾ, ਇਹ ਕੋਈ ਫਰਕ ਨਹੀਂ ਕਿ ਤੁਸੀਂ ਯੂਨਾਈਟਿਡ ਸਟੇਟ ਸਿਟੀਜ਼ਨ ਹੋ ਤਾਂ ਤੁਹਾਨੂੰ ਕੋਈ ਡਿਫਰੈਂਟ ਕ੍ਰਾਈਟੇਰੀਆ ਹੈਗਾ ਕਿ ਤੁਸੀਂ ਪੀਆਰ ਹੋ ਸਕਦੇ ਹੋ। ਜੋ ਕ੍ਰਾਈਟੇਰੀਆ ਬਾਕੀ ਮੁਲਕਾਂ ਤੋਂ ਆਉਣ ਲਈ ਪਰਮਾਨੈਂਟ ਰੈਜ਼ੀਡੈਂਸ ਉਹੀ ਯੂਨਾਈਟਿਡ ਸਟੇਟਸ ਤੋਂ ਹੈ, ਤਾਂ ਉਹਦੇ 'ਚੋਂ ਡਿਫਰੈਂਟ ਪ੍ਰੋਗਰਾਮਸ ਨੇ, ਉਹ ਡਿਪੈਂਡ ਕਰੂਗਾ ਕਿ ਤੁਸੀਂ ਕਿਹੜੇ ਪ੍ਰੋਗਰਾਮ ਲਈ ਕੁਆਲੀਫਾਈ ਕਰਦੇ ਹੈ। ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਹੁਣ ਵਾਈਂਡ ਅਪ ਕਰੀਏ ਪ੍ਰੋਗਰਾਮ ਨੂੰ, ਤਾਂ ਪ੍ਰੋਗਰਾਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪਾਇਲਟ ਇਸ ਵਕਤ ਚੱਲ ਰਿਹਾ? ਬਿਲਕੁਲ ਜੀ, ਸੋ ਬਹੁਤ ਸਾਰੇ ਲੋਕਾਂ ਦੇ ਖਦਸ਼ੇ ਹੈਗੇ ਆ ਕਰਨ ਨੂੰ ਇਹਦੇ ਬਾਰੇ, ਤੇ ਕਈ ਪ੍ਰੀ ਮੈਡੀਟੇਟਡ ਨੋਸ਼ਨਸ ਵੀ ਜਿਹੜੇ ਲੋਕਾਂ ਨੇ ਬਣਾਏ ਹੋਏ ਆ ਕਿ ਉਸ ਦਿਨ ਭਰ ਜਾਣਾ ਹੈਗਾ। ਤੋ 90,000 ਲੋਕ, ਸਾਰੇ ਲੋਕ ਉਹ 90,000 ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਹੈਗੇ, ਉਹਨੂੰ ਵੱਖਰੇ ਤਰੀਕਿਆਂ ਨਾਲ ਵੰਡਿਆ ਗਿਆ ਤੇ ਵੱਖਰੀਆਂ ਕੁਆਲੀਫਿਕੇਸ਼ਨਸ ਨੇ। ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਹੈਗਾ ਜਿਹੜੇ ਵਰਕਰਸ ਨੇ, ਉਹਨਾਂ ਨੇ ਪ੍ਰੂਵ ਕਰਨਾ ਹੈ ਕਿ ਉਹ ਕੰਮ ਕਰਦੇ ਨੇ, ਤੇ ਕੰਮ ਦੀ ਡੈਫੀਨੇਸ਼ਨ ਹੈ ਉਹ 73(2) ਦੇ ਥੱਲੇ ਹੈਗੀ ਹੈ। ਸੋ ਜੇ ਉਹ ਡੈਫੀਨੇਸ਼ਨ ਨੂੰ ਪੂਰੀ ਕਰਨਗੇ ਤਾਂ ਹੀ ਉਹ ਕੁਆਲੀਫਾਈ ਕਰਨਗੇ, ਜੋ ਸੈਲਫ ਇੰਪਲੋਇਡ ਨੇ ਉਹ ਕੁਆਲੀਫਾਈ ਨਹੀਂ ਕਰ ਸਕਣਗੇ। ਸਰ ਇੱਕ ਸਵਾਲ ਹੈ ਕਿ ਜਿਵੇਂ ਸਟੂਡੈਂਟਸ ਨੇ ਪੋਸਟ ਗ੍ਰੈਡ ਵਰਕ ਪਰਮਿਟ ਲਈ ਅਪਲਾਈ ਕੀਤਾ ਤੇ ਹਜੇ ਉਹਨਾਂ ਨੂੰ 1-2 ਦਿਨ ਹੀ ਹੋਏ ਨੇ ਇਸ ਕੰਮ ਤੇ ਜਾਂਦੇ ਨੂੰ, ਕੀ ਉਹ ਵੀ ਐਲੀਜੀਬਲ ਹੈਗੇ ਨੇ ਜਾਂ ਸਾਲ ਦਾ ਐਕਸਪੀਰੀਅੰਸ? ਨਹੀਂ ਜੀ, ਜਿਹੜਾ ਅਪਲਾਈ ਕੀਤਾ ਤੁਹਾਨੂੰ ਉਹ ਐਲੀਜੀਬਲ ਨਹੀਂ ਹੈਗਾ। ਤੁਹਾਡੇ ਕੋਲ ਵਰਕ ਪਰਮਿਟ ਹੋਣ, ਯੂ ਸ਼ੁਡ ਹੈਵ ਆਥੋਰਾਈਜੇਸ਼ਨ ਟੂ ਵਰਕ, ਇਹ ਡੈਫੀਨੇਸ਼ਨ ਵੈਰੀ ਕਲੀਅਰ ਹੈ ਰੈਗੂਲੇਸ਼ਨ ਦੇ ਵਿੱਚ। ਤੇ 1 ਸਾਲ ਦਾ ਐਕਸਪੀਰੀਅੰਸ ਕਿੰਨਾ ਲਈ ਮਸਟ ਹੈਗਾ ਆ? ਜਿਹੜੇ ਵਰਕਰ ਨੇ, ਜਿਹੜੇ ਵਰਕਰ ਨੇ, ਜਿਹੜੀ 30,000 ਦੀ ਕੈਟਾਗਰੀ ਹੈਗੀ ਹੈ ਅਪਾਰਟ ਫਰਮ, ਉਹਨਾਂ ਲਈ ਕੰਮ ਦੀ ਜ਼ਰੂਰਤ ਹੈ।
ਜਿਹੜੇ 40,000 ਵਾਲੇ ਨੇ ਉਹਨਾਂ ਲਈ ਕੰਮ ਦੇ ਲੈਂਥ ਦੀ ਜ਼ਰੂਰਤ ਨਹੀਂ, ਉਹ ਕੰਮ ਕਰਦੇ ਹੋਣੇ ਚਾਹੀਦੇ ਨੇ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਜੀ ਬਿਲਕੁਲ। ਸੋ ਜਿਹੜੇ ਮੈਂ ਅਕਸਰ ਕਹਿੰਦਾ ਹੁੰਦਾ ਇਮੀਗ੍ਰੇਸ਼ਨ ਲਾਅ ਹੈਗਾ ਤੇ ਜਿਹੜੀਆਂ ਪਬਲਿਕ ਪਾਲਿਸੀਜ਼ ਵੀ ਆਉਂਦੀਆਂ ਨੇ ਇਹ ਵੀ ਇੱਕ ਬਹੁਤ ਡਿਫਾਈਨਡ ਲੈਂਗੁਏਜ ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਪਰ ਉਹਨੂੰ ਇੰਟਰਪ੍ਰੀਟੇਸ਼ਨ ਹੈ ਲੋਕਾਂ ਦਾ, ਉਹ ਕਿਵੇਂ ਹੁੰਦਾ, ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਉਹਨੂੰ ਇੰਟਰਪ੍ਰੀਟ ਕਰਦਾ। ਪਰ ਜਦੋਂ ਵੀ ਪਬਲਿਕ ਪਾਲਿਸੀ ਲਿਖੀ ਜਾਂਦੀ ਹੈ ਉਹ ਤੋਂ ਅੱਗੇ ਫਰਦਰ ਕੋਈ ਰੈਗੂਲੇਸ਼ਨ ਵੀ ਹੁੰਦਾ ਜਿਹੜਾ ਉਹਨੂੰ ਰੈਗੂਲੇਟ ਕਰਦਾ, ਜਿਹੜਾ ਦੱਸਦਾ ਕਿ ਮੈਂ ਆਹ ਲਾਈਨ ਲਿਖਤੀ ਹੈ ਕਾਨੂੰਨ ਦੇ ਕਿਹੜੇ ਤੱਥ ਨੂੰ ਪੂਰਾ ਕਰਨ ਲਈ ਹੈਗੀ ਹੈ। ਸੋ ਉਹਦੇ ਲਈ ਆਲਵੇਜ਼ ਤੁਸੀਂ ਇੱਕ ਕਾਨੂੰਨ ਦੇ ਜਾਣਕਾਰ ਤੋਂ ਹੀ ਸਲਾਹ ਲਿਆ ਕਰੋ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਚੁਣਨ ਲਈ ਤੇ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਜੀ। ਸੋ ਦੋਸਤੋ, ਇਸ ਵਕਤ ਜਿਹੜਾ ਨਵਾਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ, ਸੋ ਕੋਸ਼ਿਸ਼ ਕਰੋ ਕਿ ਆਪਣੀ ਕਿਸੇ ਵਧੀਆ ਕੰਸਲਟੈਂਟ ਤੋਂ ਤੁਸੀਂ ਪੂਰੀਆਂ ਇਹਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰੋ ਕਿ ਤੁਸੀਂ ਇਹਦੇ ਲਈ ਐਲੀਜੀਬਲ ਹੈਗੇ ਹੋ ਕਿ ਨਹੀਂ। ਮਿਸਟਰ ਖਹਿਰਾ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਨੂੰ ਨੰਬਰਸ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ, ਇਹਨਾਂ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੁਆਫੀ ਚਾਹਾਂਗੇ ਜ਼ਿਆਦਾ ਕਾਲਸ ਇਸ ਵਕਤ ਅਸੀਂ ਅਟੈਂਡ ਨਹੀਂ ਕਰ ਪਾਏ, ਤੁਸੀਂ ਫਿਰ ਸਾਨੂੰ ਕਾਲ ਕਰ ਸਕਦੇ ਹੋ ਨੈਕਸਟ ਵਾਰੀ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।